ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਅੱਜ ਸੁਸ਼ੀਲ ਦਸਾਂਝ, ਜੋ ਖਬਰਾਂ ਆਉਂਦੀਆਂ ਨੇ ਜੀ ਉਹਨਾਂ ਦੀ ਹੈਡਲਾਈਨਸ ਕੀ ਹੁੰਦੀਆਂ, ਹੈਡਲਾਈਨ ਦੇ ਪਿੱਛੇ ਕੀ ਹੁੰਦਾ ਹੈ, ਉਸ 'ਤੇ ਆਪਾਂ ਝਾਤ ਮਾਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਕੰਗ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫ਼ੋਨ ਨੰਬਰ 4082722500 ਸੈਨੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਨਵਜੋਤ ਕਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਰਸ਼ਵਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਬਲਦੇਵ ਸਿੰਘ ਧਾਲੀਵਾਲ ਅਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਧੀ ਸਿੰਘ ਸੈਕਰਾਮੈਂਟੋ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਤੇ ਗੱਲਬਾਤ ਕਰਦੇ ਜੀ ਸੁਸ਼ੀਲ ਦਸਾਂਝ ਨਾਲ। ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਵੀ ਚੰਡੀਗੜ੍ਹ ਸਟੂਡੀਓ ਤੋਂ ਸਮੂਹ ਪੰਜਾਬੀਆਂ ਤੇ ਭਾਰਤੀਆਂ ਵੱਲੋਂ ਮੁਬਾਰਕਬਾਦ। ਅਸੀਂ ਆਪਣੇ ਇਸ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਖਾਸ ਤੌਰ ਤੇ ਪੰਜਾਬ ਦੇ ਨਾਲ ਮੁਲਕ ਦੀਆਂ ਸਮਾਜਿਕ ਆਰਥਿਕ ਤੇ ਜਿਹੜੀਆਂ ਧਾਰਮਿਕ ਘਟਨਾ ਚੱਕਰ ਹੈ ਉਹਦੇ ਤੇ ਚਰਚਾ ਕਰਦੇ ਹਾਂ, ਰਾਜਨੀਤੀ ਤੇ ਵਿਸ਼ੇਸ਼ ਤੌਰ ਦੇ ਉੱਤੇ। ਤੇ ਪੰਜਾਬ 'ਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਜਿਹਦੇ ਕਰਕੇ ਪੰਜਾਬ ਦੇ ਨਾਲ ਮੁਲਕ ਦੇ ਅਮਨ ਲਈ ਵੀ ਇੱਕ ਖਤਰਾ ਖੜਾ ਹੁੰਦਾ ਦਿਖਾਈ ਦੇ ਰਿਹਾ। ਤੇ ਦੂਸਰਾ ਉਹਦੇ ਨਾਲ ਪੋਲੀਟਿਕਸ ਵੀ ਜਿਹੜੀ ਹੈ ਆਪੋ ਆਪਣੇ ਤਰੀਕੇ ਦੇ ਨਾਲ ਐਕਟਿਵ ਹੋਈ ਹੈ। ਸੋ ਗੱਲਬਾਤ ਦਾ ਸਿਲਸਿਲਾ ਅੱਜ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੁਝ ਘਟਨਾਵਾਂ ਬੀਤੀਆਂ, ਬਹੁਤ ਜਿਹੜੀਆਂ ਦੁਖਦਾਈ ਘਟਨਾਵਾਂ ਆ। ਆਪਾਂ ਗੱਲ ਪਠਾਨਕੋਟ ਦੇ ਹਮਲੇ ਦੀ ਕਰਦੇ ਹਾਂ ਸ਼ੁਰੂ, ਕਿ ਉੱਥੇ ਇੰਨੇ ਦਿਨਾਂ ਤੋਂ ਜਿਹੜੀ ਉਹ ਹਮਲੇ ਦੀ ਗੱਲ ਹੋਈ ਆ, ਇਸ ਤਰ੍ਹਾਂ ਲੱਗਦਾ ਕਿਸੇ ਫੌਜ ਨੇ ਹਮਲਾ ਕਰ ਦਿੱਤਾ ਆ। ਉਸ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਹੈ? ਦੇਖੋ, ਗੱਲ ਇਹ ਆ ਵੀ ਬੜਾ ਸੰਵੇਦਨਸ਼ੀਲ ਇਸ਼ੂ ਹੈ ਇਹ। 6 ਮਹੀਨਿਆਂ 'ਚ ਲਗਾਤਾਰ ਦੂਸਰਾ ਹਮਲਾ ਇਸ ਕਿਸਮ ਦਾ ਹੋਇਆ ਜਿਹੜਾ ਹਮਲਾ ਕਰਨ ਦੀ ਰਣਨੀਤੀ ਜਾਂ ਤਰੀਕਾ ਲਗਭਗ ਇੱਕੋ ਜਿਹਾ। ਪਿਛਲਾ ਹਮਲਾ ਦੀਨਾਨਗਰ 'ਚ ਹੋਇਆ ਸੀ, ਇਹ ਹੁਣ ਪਠਾਨਕੋਟ। ਉਹੀ ਏਰੀਆ, ਲਗਭਗ ਉਹੀ ਰਸਤੇ ਜਿਹੜੇ ਆ ਲਗਭਗ ਵਰਤੇ ਗਏ ਆ, ਕਿਉਂਕਿ ਉੱਥੋਂ ਤੋਂ ਬਹੁਤ ਨੇੜੇ ਪੈਂਦਾ ਬਾਰਡਰ। ਪਰ ਇਹ ਜਿਹੜਾ ਹਮਲਾ ਹੁਣ ਹੋਇਆ, ਇਸ ਹਮਲੇ ਨੇ ਕੁਝ ਸਵਾਲ ਖੜੇ ਕਰ ਦਿੱਤੇ ਆ। ਪਹਿਲੀ ਗੱਲ ਤਾਂ ਅਸੀਂ ਆਪਣੀ ਗੱਲ ਕਰਨ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਹਮਲਾ ਹੁੰਦਾ ਹੈ, ਉਸ ਹਮਲੇ ਨੂੰ ਫੇਸ ਕਰਨਾ ਸਾਡੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਹੈ, ਉਹਦੇ ਜਿਹੜੇ ਜਵਾਨ ਹੈ, ਉਹਨਾਂ ਵਾਸਤੇ ਬਹੁਤ ਵੱਡਾ ਟਾਸਕ ਹੁੰਦਾ ਹੈ। ਤੇ ਅਸੀਂ ਉਹਨਾਂ ਦੀ ਬਹਾਦਰੀ ਤੇ ਉਹਨਾਂ ਦੀ ਲਗਨ ਤੇ ਉਹਨਾਂ ਦੀ ਮੁਲਕ ਲਈ ਕੁਰਬਾਨ ਹੋਣ ਦੀ ਜਿਹੜੀ ਇੱਛਾ ਸ਼ਕਤੀ, ਉਹਨੂੰ ਸਲਾਮ ਕਰਦੇ ਹਾਂ। ਜਿਹੜੇ ਲੋਕ ਇਸ ਹਮਲੇ ਦੇ ਦੌਰਾਨ ਆਪਣੀ ਮੁਲਕ ਦੀ ਰਾਖੀ ਕਰਦੇ ਆ, ਆਪਣੇ ਲੋਕਾਂ ਨੂੰ ਬਚਾਉਂਦੇ ਆ, ਜਿਹਨਾਂ ਦੀ ਜਾਨ ਚਲੀ ਗਈ, ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਤੇ ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਹਾਂ। ਤੇ ਸਮਝਦੇ ਹਾਂ ਕਿ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ, ਸਵਾਲ ਪੁੱਛਣੇ ਵੀ ਬੜੇ ਸੌਖੇ ਹੈ, ਪਰ ਜਦੋਂ ਤੁਸੀਂ ਅਸਲੀਅਤ ਨੂੰ ਫੇਸ ਕਰਦੇ ਆ ਤਾਂ ਗੱਲ ਹੋਰ ਹੁੰਦੀ ਹੈ। ਇਸ ਕਰਕੇ ਅਸੀਂ ਪਹਿਲੀ ਗੱਲ ਤਾਂ ਇਹੀ ਕਹਿਣੀ ਚਾਹੁੰਦੇ ਹਾਂ ਕਿ ਸਵਾਲ ਜਵਾਬ ਆਪਣੀ ਥਾਂ ਦੇ ਉੱਤੇ ਹੈ, ਪਰ ਸਾਨੂੰ ਇਕਜੁੱਟਤਾ ਜਿਹੜੀ ਹੈ ਘੱਟੋ ਘੱਟ ਇਹ ਏਦਾਂ ਦੇ ਮੌਕੇ ਦੇ ਉੱਤੇ ਜਿਹੜੇ ਆ ਮਤਭੇਦਾਂ ਨੂੰ ਦਰਕਨਾਰ ਰੱਖਦੇ ਆ, ਆਪੋ ਆਪਣੀ ਸਿਆਸਤ ਨੂੰ ਦਰਕਨਾਰ ਰੱਖਦੇ ਆ, ਮੁਲਕ ਲਈ ਇਕਜੁੱਟ ਜਿਹੜੀ ਇੱਕ ਰਾਏ ਬਣਾਉਣ ਜਿਹੜੀ ਜ਼ਰੂਰਤ ਰਹਿੰਦੀ ਹੈ। ਤੇ ਸਾਡੀਆਂ ਸਿਕਿਉਰਿਟੀ ਫੋਰਸਿਸ ਜਿਹੜੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਹੱਲਾਸ਼ੇਰੀ ਦੇਣ ਦੀ ਜ਼ਰੂਰਤ ਰਹਿੰਦੀ ਹੈ। ਪਰ ਜਿਹੜੀਆਂ ਉਕਾਈਆਂ ਉਹਦੇ ਤੇ ਜੇ ਅਸੀਂ ਨਜ਼ਰਸਾਨੀ ਵੀ ਨਾ ਕਰੀਏ ਤਾਂ ਫਿਰ ਦਿੱਕਤ ਰਹਿ ਜਾਂਦੀ ਹੈ। ਭਾਵੇਂ ਇਹ ਬਹੁਤ ਹੀ ਜਿਹੜੀ ਅੰਦਰੂਨੀ ਸੁਰੱਖਿਆ ਦੇ ਮਾਮਲੇ ਨੇ ਜਾਂ ਬਾਹਰੀ ਸੁਰੱਖਿਆ ਦੇ ਮਾਮਲੇ ਨੇ, ਬਾਹਰੀ ਹਮਲੇ ਤੇ ਸੁਰੱਖਿਆ ਦੇ ਜਿਹੜੇ ਮਾਮਲੇ ਨੇ, ਇਹਦੇ ਵਾਸਤੇ ਸਿੱਧੇ ਤੌਰ ਤੇ ਸਰਕਾਰਾਂ ਜਵਾਬਦੇਹ ਨੇ, ਸਿਕਿਉਰਿਟੀ ਏਜੰਸੀਜ਼ ਜਿਹੜੀਆਂ ਜਵਾਬਦੇਹ ਨੇ, ਪੁਲਿਸ ਫੋਰਸਿਸ ਜਿਹੜੀਆਂ ਜਵਾਬਦੇਹ ਨੇ। ਪਰ ਕੁਝ ਸਵਾਲ ਜਿਹੜੇ ਹਵਾ 'ਚ ਆਉਂਦੇ ਨੇ ਤੇ ਉਹਨਾਂ ਦਾ ਕੋਈ ਨਾ ਕੋਈ ਆਧਾਰ ਹੁੰਦਾ ਹੈ। ਸੋ ਅੱਜ 5ਵਾਂ ਦਿਨ ਹੈ, ਸ਼ਨੀਵਾਰ ਨੂੰ ਤੜਕੇ 3:30 ਦੇ ਉੱਤੇ ਇਹ ਟੈਰਰਿਸਟ ਜਿਹੜੇ ਹੈ 에ਅਰਬੇਸ ਦੇ ਅੰਦਰ ਵੜੇ ਸੀ। ਤੁਸੀਂ ਸਾਰੀਆਂ ਖਬਰਾਂ ਸੁਣ ਚੁੱਕੇ ਹੋ, ਮੈਂ ਉਹਨਾਂ ਖਬਰਾਂ ਨੂੰ ਦੁਹਰਾਉਂਦਾ ਨਹੀਂ। 에ਅਰਬੇਸ ਦੇ ਅੰਦਰ ਵੜਨ ਤੋਂ ਪਹਿਲਾਂ ਜਿਵੇਂ ਇੱਕ ਦਿਨ ਪਹਿਲਾਂ ਹੀ ਤੜਕੇ ਇੱਕ SP ਤੇ ਉਹਦੇ ਕੁੱਕ ਤੇ ਇੱਕ ਉਹਦੇ ਦੋਸਤ ਨੂੰ ਅਗਵਾ ਕੀਤਾ ਗਿਆ ਤੇ ਲਗਭਗ ਮਾਰ ਕੇ ਸੁੱਟ ਦਿੱਤਾ ਗਿਆ ਉਹਦੇ ਇੱਕ ਦੋਸਤ ਨੂੰ, ਪਰ ਉਹ ਬਚ ਗਏ ਤੇ SP ਵੀ ਜਿਵੇਂ ਬਚਿਆ। ਤੇ ਉਹਨਾਂ ਨੇ ਜਿਸ ਤਰ੍ਹਾਂ ਰਿਪੋਰਟ ਕੀਤਾ ਆਪਣੇ ਸੀਨੀਅਰ ਆਫੀਸਰਸ ਨੂੰ,
ਉਸ ਰਿਪੋਰਟ ਤੇ ਕਿਸੇ ਕਿਸਮ ਦੀ ਕੋਈ ਸੀਰੀਅਸਨੈਸ ਜਿਹੜੀ ਆ ਸਾਡੀ ਜਿਹੜੀ ਪੁਲਿਸ ਫੋਰਸ ਦੇ ਜਿਹੜੇ ਲੋਕ ਸੀ, ਜਿਹੜੀ ਸੀਨੀਅਰਿਟੀ 'ਚ ਜਿਹੜੇ ਸਾਡੇ ਆਫੀਸਰ ਸੀ, ਉਹਨਾਂ ਨੇ ਉਹਨੂੰ ਉਸ ਤਰ੍ਹਾਂ ਤਵੱਜੋ ਨਹੀਂ ਦਿੱਤੀ। ਇਹ ਇੱਕ ਵੱਡਾ ਮਸਲਾ ਹੈ। ਅਸੀਂ ਜਦੋਂ ਗੱਲ ਕਰ ਰਹੇ ਹਾਂ ਤੇ ਨਾਲ ਅਸੀਂ ਕਹਿ ਰਹੇ ਹਾਂ ਵੀ ਬੜਾ ਔਖਾ ਹੁੰਦਾ ਸਾਰਾ ਕਰਨਾ, ਪਰ ਕੁਐਸਚਨ ਜਿਹੜੇ ਪੈਦਾ ਹੁੰਦੇ ਉਹਦਾ ਕੋਈ ਬੇਸ ਬਣਦਾ ਹੈ। ਨੰਬਰ ਇੱਕ ਜਿਹੜਾ ਸਵਾਲ ਪੈਦਾ ਇਹ ਹੋ ਗਿਆ ਸਾਡੀ ਜਿਹੜੀ ਕਾਰਜ ਪ੍ਰਣਾਲੀ ਦੇ ਉੱਤੇ ਵੀ ਸੁਲਵਿੰਦਰ ਨਾਂ ਦੇ SP ਨੇ ਜਿਹੜਾ ਪਹਿਲਾ ਫੋਨ ਕੀਤਾ ਜਦੋਂ ਟੈਰਰਿਸਟਾਂ ਤੋਂ ਉਹ ਮੁਕਤ ਹੋਇਆ ਤੇ ਲਾਗਲੇ ਪਿੰਡ ਗਿਆ, ਉਹਨੇ ਆਪਣੇ SSP ਨੂੰ ਫੋਨ ਕੀਤਾ, ਗੁਰਦਾਸਪੁਰ ਦੇ SSP ਨੂੰ, ਪਰ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਗਈ। ਸਗੋਂ ਉਲਟਾ ਸਵਾਲ ਇਹ ਕੀਤਾ ਵੀ ਤੂੰ ਨਵੇਂ ਸਾਲ ਦੀ ਪਾਰਟੀ ਤੋਂ ਆ ਰਿਹਾ। ਉਹਨੇ ਕਿਹਾ ਕਿ ਨਹੀਂ, ਸਾਨੂੰ ਤਾਂ ਅਗਵਾਹ ਕੀਤਾ ਗਿਆ ਸੀ, ਪਰ ਉਹਨਾਂ ਦੀ ਗੱਲ ਤੇ ਭਰੋਸਾ ਨਹੀਂ ਸੀ। ਫਿਰ IG ਬਾਰਡਰ ਰੇਂਜ ਜਿਹੜੇ ਹੈਗੇ ਆ ਉਹਨਾਂ ਨੂੰ ਸਵੇਰੇ ਸੂਚਿਤ ਕੀਤਾ ਗਿਆ, ਪਰ ਉਹ ਮੌਕੇ ਤੇ ਨਹੀਂ ਗਏ, ਨਾ ਅਲਰਟ ਜਾਰੀ ਕਰਨ ਦੀ ਸੋਚੀ। ਤੇ ਜਦਕਿ ਸਿੱਧੇ ਤੌਰ ਤੇ ਟੈਰਰ ਨਾਲ ਜੁੜਿਆ ਹੋਇਆ ਮਸਲਾ ਸੀ ਤੇ ਉਹਨਾਂ ਨੇ ਸਾਫ਼ ਇਹ ਕਹਿਤਾ ਕਿ ਮੈਂ ਤਾਂ DIG ਨੂੰ ਉੱਥੇ ਭੇਜਤਾ। DIG ਜਿਹੜੇ ਹੈ ਉਹਨਾਂ ਨੇ ਸ਼ਾਮ ਤੱਕ ਤਾਂ ਕਹਿੰਦੇ ਰਹੇ ਕਿ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਆ, SP ਦੀ ਕਿਸੇ ਨਾਲ ਨਿੱਜੀ ਰੰਜਿਸ਼ ਹੋ ਸਕਦੀ ਹੈ। ਸ਼ਾਮ ਨੂੰ ਉਹਨਾਂ ਨੂੰ ਪਤਾ ਲੱਗਾ ਜਾਂ ਉਹ ਇਸ ਗੱਲ ਨੂੰ ਮੰਨੇ ਵੀ ਸੱਚਮੁੱਚ ਟੈਰਰ ਅਟੈਕ ਦੇ ਤੌਰ ਤੇ ਇਹਨੂੰ ਦੇਖਿਆ ਜਾਣਾ ਚਾਹੀਦਾ। ਤੇ ਇਹਦੇ SSP ਜਿਹੜੇ ਆ ਉਹਨਾਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਸੀ ਸ਼ਾਮੀ 4 ਵਜੇ, ਪਰ ਉਹਨਾਂ ਨੇ ਵੀ ਗਾਂ SHO ਨੂੰ ਭੇਜ ਦਿੱਤਾ ਆਪਣੇ। ਜਿਹੜੇ ਕੁਝ ਕੁਐਸਚਨ ਸਾਡੀ ਜਿਹੜੀ ਪੁਲਿਸ ਫੋਰਸ, ਪੰਜਾਬ ਦੀ ਪੁਲਿਸ ਫੋਰਸ ਦੀ ਸੀਨੀਅਰ ਅਫਸਰ ਜਿਹੜੀ ਹੈ ਉਹਦੇ ਉੱਤੇ ਜਿਹੜੇ ਉੱਠ ਰਹੇ ਆ, ਇਹ ਜਵਾਬ ਤਾਂ ਉਹਨਾਂ ਨੇ ਜਿਹੜੇ, ਇਹ ਮੈਂ ਕੋਲ ਨਹੀਂ ਕਹਿ ਰਿਹਾ ਕੋਈ ਵੀ ਗੱਲ ਇੱਥੇ, ਇਹ ਅੱਜ ਸਾਡੇ ਸਾਰੇ ਮੀਡੀਆ ਦੇ ਵਿੱਚ ਇਹ ਚਰਚਾ ਜਿਹੜੀ ਚੱਲ ਰਹੀ ਤੇ ਇਹਨਾਂ ਦਾ ਜਵਾਬ ਸਰਕਾਰ ਨੂੰ ਵੀ ਦੇਣਾ ਪਏਗਾ ਤੇ ਸਾਡੀ ਪੁਲਿਸ ਫੋਰਸ ਨੂੰ ਵੀ ਦੇਣਾ ਪਏਗਾ। ਦੂਜੀ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਜਿਹੜੀ SP ਨੂੰ ਅਗਵਾ ਕੀਤਾ ਗਿਆ, ਉਹਦੇ ਤੇ ਵੀ ਸਵਾਲ ਉੱਠ ਰਿਹਾ ਕਿ ਉਹ ਰਾਤ ਨੂੰ SP ਹੋਣ ਦੇ ਬਾਵਜੂਦ ਵੀ ਬਿਨਾਂ ਸਿਕਿਉਰਿਟੀ ਤੋਂ ਕਿਉਂ ਗਏ, ਤੇ ਇਹ ਉਹਨਾਂ ਤੇ ਵੀ ਕੁਐਸਚਨ, ਉਹ ਆਪਣੀ ਥਾਂ ਦੇ ਉੱਤੇ ਇਸ ਕੁਐਸਚਨ ਨੇ। ਹੁਣ ਸਾਡੇ ਰੱਖਿਆ ਮੰਤਰੀ ਨੇ ਮਨੋਹਰ ਪਾਰੀਕਰ ਨੇ ਇਹ ਗੱਲ ਮੰਨੀ ਹੈ ਵੀ ਜਿਹੜਾ ਹਮਲਾ ਇਹ ਹੋਇਆ, ਇਸ ਹਮਲੇ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਕੋਈ ਨਾ ਕੋਈ ਖਾਮੀ ਰਹੀ ਹੈ ਜਿਹਦਾ ਫਾਇਦਾ ਉਠਾ ਕੇ ਜਿਹੜੇ ਟੈਰਰਿਸਟ 에ਅਰ ਬੇਸ ਤੱਕ ਪਹੁੰਚ ਗਏ। ਪਰ 에ਅਰ ਬੇਸ ਕਿਉਂਕਿ 1000 ਏਕੜ ਦੇ ਵਿੱਚ ਫੈਲਿਆ ਹੋਇਆ, ਉੱਥੋਂ ਦੇ ਜਿਹੜੇ ਲੋਕ ਉੱਥੇ ਰਹਿ ਰਹੇ ਸੀ 300 ਦੇ ਕਰੀਬ ਜਿਹੜੀਆਂ ਫੈਮਿਲੀਜ਼ ਜਿਹੜੀਆਂ, ਉਹਨਾਂ ਨੂੰ ਸਿਕਿਉਰ ਕਰਨ ਦੀ ਜਿਹੜੀ ਗੱਲ ਸੀ ਖਬਰਾਂ ਦੇ ਵਿੱਚ ਤੁਹਾਡਾ ਸਾਂਝੀ ਕੀਤੀ ਹੈ ਵੀ ਉਹਨਾਂ ਨੂੰ ਸਿਕਿਉਰ ਕਰਨ ਦੀ ਗੱਲ ਸੀ, ਤੇ ਉਹਨਾਂ ਨੂੰ ਸਿਕਿਉਰ ਕਰਨ ਤੋਂ ਬਾਅਦ ਹੀ ਉਹਨਾਂ ਦਾ ਮੁਕਾਬਲਾ ਜਿਹੜਾ ਆ ਟੈਰਰਿਸਟ ਦਾ ਉਸ ਹਿਸਾਬ ਨਾਲ ਕੀਤਾ ਜਾ ਸਕਦਾ ਸੀ। ਇਹ ਗੱਲ ਮੰਨੀ ਜਾ ਸਕਦੀ ਹੈ। ਜਿਹੜੀਆਂ ਖਾਮੀਆਂ ਉਹ ਖਾਮੀਆਂ ਅਸੀਂ ਹੁਣ ਇੱਥੇ ਤਾਂ ਨਹੀਂ ਗੱਲ ਕਰ ਸਕਦੇ, ਕਿਉਂਕਿ ਮੈਂ ਕਿਹਾ ਵੀ ਗੱਲ ਕਰਨੀ ਬੜੀ ਸੌਖੀ ਹੈ, ਪਰ ਜੇ ਤੁਸੀਂ ਰਿਐਲਿਟੀ ਨੂੰ ਫੇਸ ਕਰਦੇ ਤਾਂ ਗੱਲ ਹੋਰ ਹੁੰਦੀ ਹੈ। ਇਹ ਹੁਣ ਉਹਨਾਂ ਖਾਮੀਆਂ ਨੂੰ ਜੇ ਮੰਨਦੇ ਨੇ ਸਾਡੇ ਰੱਖਿਆ ਮੰਤਰੀ ਸਾਹਿਬ ਜਾਂ ਸਾਡੀ ਹੋਮ ਮਿਨਿਸਟਰੀ ਮੰਨੇ ਜਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਸਪੋਰਟਸ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਦੇਖਣ, ਤਾਂ ਫਿਰ ਇਹ ਉਹਨਾਂ ਦਾ ਕੰਮ ਹੈ। ਪਰ ਲੋਕਾਂ ਦੀ ਚਿੰਤਾ ਜਿਹੜੀ ਆ ਉਹਨੂੰ ਧਿਆਨ 'ਚ ਜ਼ਰੂਰ ਰੱਖਣਾ ਜਾਣਾ ਚਾਹੀਦਾ। ਇੱਕ ਚਿੰਤਾ ਇਹ ਰਹੀ ਵੀ ਇੰਟੈਲੀਜੈਂਸ ਬਿਊਰੋ ਨੇ ਤਾਂ 27 ਦਸੰਬਰ ਨੂੰ ਹੀ ਅਲਰਟ ਕਰਤਾ ਸੀ, 27 ਦਸੰਬਰ ਨੂੰ ਅਲਰਟ ਕਰ ਦਿੱਤਾ ਇੰਟੈਲੀਜੈਂਸ ਬਿਊਰੋ ਨੇ, ਤੇ ਪੰਜਾਬ ਪੁਲਿਸ ਦਾ ਜਿਹੜਾ ਇੰਟੈਲੀਜੈਂਸ ਵਿੰਗ ਹੈ ਉਹਨੇ 31 ਤਰੀਕ ਤੱਕ ਉਹ ਅਲਰਟ ਜਿਹੜਾ ਆ ਉਹ ਆਪਣੇ ਦਫ਼ਤਰੋਂ ਚੱਕਿਆ ਹੀ ਨਹੀਂ। 31 ਤਰੀਕ ਨੂੰ ਅਲਰਟ ਦੀ ਚਿੱਠੀ ਜਾਰੀ ਕਰਦੀ ਹੈ। 4 ਦਿਨ ਤੱਕ IB ਦਾ ਜਿਹੜਾ ਇੰਟੈਲੀਜੈਂਸ ਦਾ ਜਿਹੜਾ ਅਲਰਟ ਆਇਆ ਹੋਇਆ ਉਹਨੂੰ ਸਾਰੇ ਪੰਜਾਬ ਦੇ ਵਿੱਚ ਉਹ ਰੈੱਡ ਅਲਰਟ ਜਾਰੀ ਕਰਨ ਦਾ ਲੈਟਰ ਨਹੀਂ ਜਾਰੀ ਕੀਤਾ ਜਾ ਸਕਿਆ 4 ਦਿਨ ਤੱਕ। ਇਹ ਚੀਜ਼ਾਂ ਜ਼ਰੂਰ ਦੇਖਣੀਆਂ ਪੈਣਗੀਆਂ ਵੀ ਅਲਰਟ ਦੇ ਬਾਵਜੂਦ ਵੀ ਅਲਰਟ ਕਿਉਂ ਨਹੀਂ। ਇਹ ਕੁਝ ਮਸਲੇ ਨੇ ਤੇ ਹੁਣ ਇਸ ਵੇਲੇ ਇਹਦੀ ਪੁਣਛਾਣ ਚੱਲ ਰਹੀ ਹੈ ਜੀ ਬਹੁਤ ਵੱਡੇ ਪੱਧਰ ਦੇ ਉੱਤੇ। ਜਿਹੜੀਆਂ ਆਰਮੀ ਵੀ ਤੇ NSG ਵੀ, ਸਾਡੀ ਪੁਲਿਸ ਫੋਰਸ ਵੀ ਜਿਹੜੀ ਆ ਉਹਨਾਂ ਨੇ ਕੰਬਾਈਨ ਇੱਕ ਐਕਸ਼ਨ ਜਿਹੜਾ ਕੀਤਾ, ਬਹੁਤਾ ਐਕਸ਼ਨ ਕੰਬਾਈਨ NSG ਦਾ ਤੇ ਆਰਮੀ ਦੇ ਨਾਲ ਰਿਹਾ। ਇਹ ਸਵਾਲ ਵੀ ਉੱਠ ਰਹੇ ਨੇ ਕਿ ਸਿੱਧੇ ਤੌਰ ਤੇ ਆਰਮੀ ਦੇ ਕੋਲ ਹੀ ਹੈਂਡਓਵਰ ਸਾਰਾ ਕੁਝ ਕੀਤਾ ਜਾਣਾ ਚਾਹੀਦਾ ਸੀ, ਕਿਉਂਕਿ ਇਹਨੂੰ NSG ਨੇ, ਨੈਸ਼ਨਲ ਸਿਕਿਉਰਿਟੀ ਗਾਰਡਸ ਨੇ ਜਿਹੜਾ ਇਹਨੂੰ ਜਿਹੜਾ ਅਟੈਕ ਸੀ ਉਹਨੂੰ ਫੇਸ ਕੀਤਾ। ਸੋ ਕੁਝ ਟੈਕਨੀਕਲ ਵੀ ਗੱਲਾਂ ਹੈਗੀਆਂ, ਸਰਕਾਰਾਂ ਜਾਂ ਹੋਮ ਮਿਨਿਸਟਰੀ ਨੂੰ ਇਨ ਸਾਰੀਆਂ ਚੀਜ਼ਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਅਚਾਨਕ ਹੀ 5-4 ਟੈਰਰਿਸਟ ਆਉਂਦੇ ਆ ਤੇ ਤੁਹਾਡੇ ਮੁਲਕ ਦੇ ਉੱਤੇ ਏਦਾਂ ਦਾ ਮਾਹੌਲ ਪੈਦਾ ਕਰ ਜਾਂਦੇ ਆ ਵੀ ਜਿੱਦਾਂ ਇੱਕ ਹਮਲਾ ਪੂਰੇ ਦੇ ਪੂਰੇ ਹੋ ਗਿਆ ਹੋਵੇ ਤੇ ਉਹਨੂੰ ਕਰਦਿਆਂ ਹੋਇਆ 4-4, 5-5 ਦਿਨ ਲੱਗ ਜਾਣ। ਤੇ ਇਹ ਆਪਣੇ ਆਪ ਦੇ ਵਿੱਚ ਸਾਡੀਆਂ ਸਿਕਿਉਰਿਟੀਜ਼ ਜਿਹੜੀਆਂ ਅਥਾਰਟੀਜ਼ ਜਿਹੜੀਆਂ ਉਹਨਾਂ 'ਚ ਕਿਤੇ ਕੋਈ ਖਾਮੀ ਹੈ, ਜਿੱਦਾਂ ਸਾਡੇ ਰੱਖਿਆ ਮੰਤਰੀ ਨੇ ਵੇਖਿਆ, ਉਹਨਾਂ ਨੂੰ ਜੇ ਉਹਨਾਂ ਨੂੰ ਪਿਨ ਪੁਆਇੰਟ ਕੀਤਾ ਜਾਏ ਤੇ ਉਹਨਾਂ ਨੂੰ ਪੋਸੀਬਲ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੇ ਮਸਲੇ ਹੱਲ ਕੀਤੇ ਜਾਣ। ਇੱਦਾਂ ਦਾ ਮਾਹੌਲ ਬਣਾਉਣ ਦੀ
ਲਾਜ਼ਮੀ ਤੌਰ ਤੇ ਜ਼ਰੂਰਤ ਹੈ ਜੀ। ਅੱਜ ਹੀ ਤੇ ਮੇਰਾ ਇੱਕ ਹੋਰ ਸਵਾਲ ਆ ਕਿ ਜਿਸ ਤਰ੍ਹਾਂ ਆਪਾਂ ਪਠਾਨਕੋਟ ਦੇ ਹਮਲੇ ਦੀ ਗੱਲ ਕਰਦੇ ਹਾਂ ਤੇ ਜਿਸ ਤਰ੍ਹਾਂ ਕੇਂਦਰ ਸਰਕਾਰ ਤੇ ਸਟੇਟ ਦੀ ਸਰਕਾਰ ਆ, ਇਹਨਾਂ ਦੇ ਵਿੱਚੋਂ ਕੋਈ ਖੁੱਲ੍ਹ ਕੇ ਜ਼ਿੰਮੇਵਾਰੀ ਲੈਣ ਲਈ ਅੱਗੇ ਵੀ ਨਹੀਂ ਆਉਂਦਾ ਹੈਗਾ ਕਿ ਕੀ ਗੱਲ ਹੈਗੀ ਆ, ਕਿਉਂਕਿ ਇੱਕ ਦੂਜੇ ਦੇ ਉੱਤੇ ਪਾਇਆ ਜਾਂਦਾ ਆ। ਜਿਵੇਂ ਸਟੇਟ ਦੀ ਸਰਕਾਰ ਕਹਿੰਦੀ ਆ ਕਿ ਕੇਂਦਰ ਦਾ ਕੰਮ ਆ ਕਿ ਉਹਨਾਂ ਨੇ ਸੁਰੱਖਿਆ ਵਧਾਉਣੀ ਆ, ਇਹ ਕੌਣ ਜ਼ਿੰਮੇਵਾਰ ਆ ਇਹਦੇ ਵਿੱਚ? ਦੇਖੋ, ਮੈਂ ਸਮਝਦਾ ਹੈ ਕਿ ਸਰਕਾਰਾਂ ਨੂੰ ਘੱਟੋ ਘੱਟ ਜਾਂ ਸਟੇਟ ਗਵਰਨਮੈਂਟ ਹੈ, ਸਾਡੀ ਨੈਸ਼ਨਲ ਗਵਰਨਮੈਂਟ ਹੈ, ਇਹਨਾਂ ਨੂੰ ਬਹੁਤ ਬਿਹਤਰ ਕਿਸਮ ਦੇ ਇੱਕ ਤਾਲਮੇਲ ਦੀ ਜ਼ਰੂਰਤ ਰਹਿੰਦੀ ਹੈ। ਜਿਹੜੀਆਂ ਕੇਂਦਰ ਸਰਕਾਰ ਦੇ ਅਧੀਨ ਜਿਹੜੀਆਂ ਸਿਕਿਉਰਿਟੀ ਫੋਰਸਿਸ ਹੈਗੀਆਂ, ਉਹਨਾਂ ਦਾ ਸਟੇਟ ਗਵਰਨਮੈਂਟ ਦੇ ਅਧੀਨ ਜਿਹੜੀ ਪੁਲਿਸ ਫੋਰਸਿਸ ਹੈਗੀਆਂ ਉਹਨਾਂ ਦੇ ਨਾਲ ਬਿਹਤਰ ਤਾਲਮੇਲ ਜਿਹੜਾ ਬੜਾ ਇੰਪੋਰਟੈਂਟ ਹੈ। ਇੱਥੇ ਕਿਤੇ ਨਾ ਕਿਤੇ ਕਮੀ ਹੈ। ਅੱਛਾ, ਇਸ ਕਮੀ ਨੂੰ ਦੇਖਦਿਆਂ ਹੋਇਆ, ਉਹਦੀ ਸਹੀ ਤਰੀਕੇ ਦੇ ਨਾਲ ਪਛਾਣ ਕਰਦਿਆਂ ਹੋਇਆ, ਉਹਨੂੰ ਹੱਲ ਕਰਨ ਦੀ ਥਾਂ ਦੇ ਉੱਤੇ ਪੋਲੀਟੀਸ਼ੀਅਨ ਜਿਹੜੇ ਹੈ, ਸਟੇਟ ਜਿਹੜੇ ਪੋਲੀਟੀਸ਼ੀਅਨ ਹੈ, ਉਹ ਨੈਸ਼ਨਲ ਪੋਲੀਟਿਕਸ ਨੂੰ ਜਿਹੜੀ ਕਿਤੇ ਨਾ ਕਿਤੇ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰਿਆ ਕਰਦੇ ਆ। ਇਹ ਗੱਲ ਸਮਝ ਆਉਂਦੀ ਆ ਉਦੋਂ ਜਦੋਂ ਕੇਂਦਰ ਦੇ ਵਿੱਚ ਤੁਹਾਡੀ ਓਪੋਜੀਸ਼ਨ ਦੀ ਪਾਰਟੀ ਦੀ ਹੁਕੂਮਤ ਹੋਵੇ, ਤਾਂ ਬੜਾ ਸੌਖਾ ਜਿਹਾ ਹੋ ਜਾਂਦਾ ਹੈ ਕਿ ਦੇਖੋ ਸਾਡੀ ਜ਼ਿੰਮੇਵਾਰੀ ਦਾ ਜਿਹੜੀ ਹੈਗੀ ਅਸੀਂ ਨਿਭਾ ਰਹੇ ਹਾਂ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ ਘੱਟੋ ਘੱਟ ਬਾਰਡਰ ਦੇ ਉੱਤੇ ਸਿਕਿਉਰਿਟੀ ਜਿਹੜੀ ਆ ਉਹਨੂੰ ਟਾਈਟ ਕੀਤਾ ਜਾਏ। ਇਹ ਪਹਿਲਾਂ ਵੀ ਗੱਲ ਹੁੰਦੀ ਰਹਿੰਦੀ ਹੈ। ਪਰ ਇੱਥੇ ਤਾਂ ਹੁਣ ਮਸਲਾ ਇਹ ਹੋ ਰਿਹਾ ਸੀ ਕਿ ਹੁਣ ਦਿੱਲੀ ਦੇ ਵਿੱਚ ਵੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ। ਵੱਖਰੀ ਗੱਲ ਹੈ ਬੀਜੇਪੀ ਨੂੰ ਇਕੱਲਿਆਂ ਨੂੰ ਬਹੁਮਤ ਹਾਸਲ ਹੈ, ਪਰ ਦਿੱਲੀ ਦੀ ਸਰਕਾਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੈ। NDA ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜੀਵਨ ਸਾਥਣ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਜਿਹੜੇ ਆ ਉੱਥੇ ਕੇਂਦਰ ਦੇ ਵਿੱਚ ਮੰਤਰੀ ਹੈ, ਤੇ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ ਪੰਜਾਬ ਦੀ ਸਰਕਾਰ 'ਚ। ਇਹ ਦੋਨੋਂ ਥਾਵਾਂ ਤੇ ਸਰਕਾਰਾਂ ਤੇ ਇੱਕੋ ਪਾਰਟੀ ਜਾਂ ਇੱਕੋ ਗੱਠਜੋੜ ਦੀਆਂ, ਫਿਰ ਇੱਕ ਦੂਜੇ ਨੂੰ ਕਹਿਣਾ ਜਿਹੜਾ ਆ ਉਹ ਠੀਕ ਇਸ ਕਰਕੇ ਨਹੀਂ ਲੱਗਦਾ ਵੀ ਸਾਂਝੀ ਜ਼ਿੰਮੇਵਾਰੀ ਹੈ। ਹੁਣ ਬਾਦਲ ਸਾਹਿਬ ਨੇ ਫਿਰ ਕਿਹਾ, ਜਦੋਂ ਡਰੱਗ ਦਾ ਇਸ਼ੂ ਹੁੰਦਾ ਸੀ ਉਦੋਂ ਵੀ ਕਿਹਾ ਜਾਂਦਾ ਸੀ ਵੀ ਦੇਖੋ ਜੀ ਅਸੀਂ ਤਾਂ ਇੱਥੇ ਬਹੁਤ ਵਧੀਆ ਕਰਤਾ ਸੀ, 14,000 16,000 ਕੇਸ ਦਰਜ ਕਰ ਦਿੱਤੇ ਆ ਜੀ, ਨਸ਼ੇ ਜਿਹੜੇ ਲੋਕ ਨਸ਼ਾਖੋਰ ਹੈ ਜਾਂ ਨਸ਼ੇ ਵੇਚਦੇ ਆ, ਡਰੱਗ ਨੈਟਵਰਕ ਅਸੀਂ ਤਾਂ ਪੂਰੀ ਤਰ੍ਹਾਂ ਤੋੜ ਦਿੱਤਾ। ਪਰ ਡਰੱਗ ਆਉਂਦਾ ਰੋਕੀਏ ਕਿੱਦਾਂ, ਕਿਉਂਕਿ ਉੱਥੇ ਜਿਹੜਾ ਸਾਡਾ ਬਾਰਡਰ ਹੈ ਉਹਦੇ ਉੱਤੇ ਸਿਕਿਉਰਿਟੀ ਟਾਈਟ ਨਹੀਂ, ਕੇਂਦਰ ਦੀ ਜ਼ਿੰਮੇਵਾਰੀ ਹੈ। ਹੁਣ ਫਿਰ ਬਾਦਲ ਸਾਹਿਬ ਨੇ ਕਿਹਾ ਕਿ ਜਿਹੜਾ ਬਾਰਡਰ ਹੈ ਉੱਤੇ ਕੇਂਦਰ ਸਰਕਾਰ ਨੂੰ ਸਿਕਿਉਰਿਟੀ ਜਿਹੜੀ ਹੈ ਵਧਾਉਣੀ ਚਾਹੀਦੀ ਹੈ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਬਾਰਡਰ ਦੇ ਉੱਤੇ ਸਿਕਿਉਰਿਟੀ ਹੋਣੀ ਚਾਹੀਦੀ ਹੈ, ਪਰ ਮੰਨ ਲਿਆ ਬਾਰਡਰ ਦੇ ਉੱਤੇ ਸਿਕਿਉਰਿਟੀ ਦੇ ਵਿੱਚ ਕਿਤੇ ਨਾ ਕਿਤੇ ਕਮੀ ਆ, ਖਾਮੀ ਹੈ। ਹੁਣ ਜੇ ਇਸ ਹਮਲੇ ਦੇ ਹਵਾਲੇ ਨਾਲ ਹੀ ਗੱਲ ਕਰੀਏ ਵੀ ਬਾਰਡਰ ਤਾਂ ਉਹਨੇ ਕ੍ਰੋਸ ਕਰ ਲਿਆ ਰਾਵੀ ਨਦੀ ਦੇ ਨੇੜੇ ਤੇੜੇ ਉਹ ਕਿਤੇ, ਪਰ ਬਾਰਡਰ ਕ੍ਰੋਸ ਕਰਕੇ ਇੱਕ ਡਰਾਈਵਰ ਨੂੰ ਉਹ ਡਰਾਈਵਰ ਦਾ ਮਰਡਰ ਕੀਤਾ, ਇੱਕ SP ਨੂੰ ਇੱਕ ਉਹਦੇ ਕੁੱਕ ਦੇ ਨਾਲ ਤੇ ਉਹਦੇ ਦੋਸਤ ਦੇ ਨਾਲ ਅਗਵਾ ਕਰਕੇ ਫਿਰ ਸੁੱਟ ਗਏ। ਉਸ ਤੋਂ ਬਾਅਦ 13-14 ਘੰਟੇ ਉਹ ਉਸ ਏਰੀਏ 'ਚ ਘੁੰਮਦੇ ਰਹੇ। SP ਨੇ ਗਾਂ ਆਪਣੀਆਂ ਜਿਹੜੀਆਂ ਸੀਨੀਅਰ ਆਫਿਸਰਸ ਆ ਉਹਨਾਂ ਨੂੰ ਰਿਪੋਰਟ ਵੀ ਕਰ ਦਿੱਤਾ, ਤੇ 13-14 ਘੰਟਿਆਂ ਬਾਅਦ ਉਹ ਜਾ ਕੇ ਹਮਲਾ ਕਰਦੇ ਦੂਏ ਦਿਨ ਤੜਕੇ ਏਅਰਬੇਸ ਦੇ ਵਿੱਚ ਜਾ ਕੇ। ਉਹ 13-14 ਘੰਟੇ ਕਿੱਦਾਂ ਘੁੰਮੀ ਗਏ ਉਸ ਏਰੀਏ ਦੇ ਵਿੱਚ, ਉਸੇ 20-25 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹ ਕਿੱਦਾਂ ਘੁੰਮੀ? ਉੱਥੇ ਤਾਂ ਬਾਰਡਰ ਸਿਕਿਉਰਿਟੀ ਫੋਰਸਿਸ ਦੀ ਡਿਊਟੀ ਨਹੀਂ ਨਾ, ਉੱਥੇ ਤਾਂ ਪੰਜਾਬ ਪੁਲਿਸ ਦੀ ਡਿਊਟੀ ਹੈ। ਜਦੋਂ ਜਿਸ ਰਾਹ ਉਹ ਆਏ, ਜਦੋਂ ਬਾਰਡਰ ਕ੍ਰੋਸ ਕਰ ਲਿਆ ਉਹਨਾਂ ਨੇ, ਜਿਹੜੀ ਖਾਮੀ ਸਾਡੀ ਹੈਗੀ ਆ ਬਾਰਡਰ ਦੇ ਉੱਤੇ ਸਿਕਿਉਰਿਟੀ ਦੇ ਵਿੱਚ ਇਕਾਈ ਜਿਹੜੀ ਹੈਗੀ ਆ, ਕਿਉਂਕਿ ਉੱਥੇ ਰਾਵੀ ਦਰਿਆ ਦੇ ਨਾਲ ਨਾਲ ਕੁਝ ਨਾਲੇ ਵੀ ਹੈ, ਝਾੜੀਆਂ ਵੀ ਬਹੁਤ ਵੱਡੀਆਂ ਵੱਡੀਆਂ, ਤੇ ਉਹਦਾ ਲੈ ਕੇ ਲਾਭ ਜਿਹੜਾ ਹੈ ਕਈ ਵਾਰ ਘੁਸਪੈਠ ਜਿਹੜੀ ਉੱਥੋਂ ਹੁੰਦੀ ਹੈ ਉਹ ਤਾਂ ਹੋ ਗਈ। ਉਹ 'ਚ ਤਾਂ ਮੰਨ ਲਿਆ ਵੀ ਸਿਕਿਉਰਿਟੀ ਜਿਹੜੀਆਂ ਸਾਡੀਆਂ BSF ਹੈ ਜਾਂ ਨੈਸ਼ਨਲ ਸਿਕਿਉਰਿਟੀ ਜਿਹੜੀ ਆ ਉਹਦੇ 'ਚ ਕਿਤੇ ਨਾ ਕਿਤੇ ਕਮੀ ਰਹਿ ਗਈ, ਬਾਰਡਰ ਦੇ ਉੱਤੇ ਸਿਕਿਉਰਿਟੀ ਹੋਣੀ ਚਾਹੀਦੀ। ਪਰ ਉਸ ਤੋਂ ਬਾਅਦ ਐਂਟਰੀ ਜਦੋਂ ਹੋ ਗਈ ਪੰਜਾਬ 'ਚ, ਉਹ ਏਰੀਆ ਇੱਦਾਂ ਦਾ ਖਤਰਨਾਕ ਏਰੀਆ ਆ। ਉਹ ਏਰੀਆ 25 ਕਿਲੋਮੀਟਰ ਸਾਰਾ ਪੈਂਦਾ ਬਾਰਡਰ ਤੋਂ। ਉਹ ਜਿਹੜਾ 25 ਕਿਲੋਮੀਟਰ ਦਾ ਏਰੀਆ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਉਸ ਏਰੀਏ ਦੇ ਵਿੱਚ ਤਾਂ ਪੰਜਾਬ ਪੁਲਿਸ ਦੀ ਡਿਊਟੀ ਆ, ਉਹ ਤਾਂ ਸਟੇਟ ਗਵਰਨਮੈਂਟ ਦਾ ਕੰਮ ਹੈ। ਉੱਥੇ ਨਾਕੇ ਕਿਉਂ ਨਹੀਂ? ਜਿੱਥੇ ਪੱਕੇ ਨਾਕੇ ਤਾਰਾਗੜ੍ਹ ਦਾ ਜਿਹੜਾ ਪੁਲ ਦੀ ਗੱਲ ਕੀਤੀ ਜਾਣੀ ਚਾਹੀਦੀ ਆਏ ਆ ਬਨਿਆਲ ਏਰੀਏ ਵਿੱਚ ਹੀ, ਉੱਥੇ ਫਿਰ ਪੱਕਾ ਨਾਕਾ ਜਿਹੜਾ ਹੋਣਾ ਚਾਹੀਦਾ ਪੁਲ ਦੇ ਉੱਤੇ, ਉਹ ਨਾਕਾ ਹੀ ਹੈ ਨਹੀਂ ਉੱਥੇ। ਉਹ ਤਾਂ BSF ਨੇ ਨਹੀਂ ਨਾ ਲਾਉਣਾ। ਉਹ ਤਾਂ ਹੁਣ ਇਹਦਾ ਜਵਾਬ ਕੌਣ ਦੇਵੇ? ਸੋ ਜਿਹੜੀ ਮੈਂ ਗੱਲ ਸ਼ੁਰੂ 'ਚ ਕਹੀ ਹੈ ਵੀ ਬਿਹਤਰ ਤਾਲਮੇਲ ਇੰਪੋਰਟੈਂਟ ਹੈ, ਨਾ ਕਿ ਆਪੋ ਆਪਣੀ ਰਾਜਨੀਤੀ। ਇੱਥੇ ਮੁਸ਼ਕਿਲ ਇਹ ਹੈ ਕਿ ਆਪੋ ਆਪਣੀ ਸਿਆਸਤ ਤੇ ਆਪਣਾ ਬਚਾਅ ਕੀਤਾ ਜਾਂਦਾ ਵੀ ਅਸੀਂ ਸਾਫ਼ ਨਿਕਲ ਜਾਈਏ ਵੀ ਦੋਸ਼ ਜਿਹੜਾ ਆ ਦੂਜੇ ਦੇ ਸਿੱਟ ਜਾਈਏ। ਹੁਣ ਦੂਜਾ ਕੌਣ ਹੈ? ਦੂਜਾ ਵੀ ਤਾਂ ਤੁਹਾਡਾ ਹੀ ਹੈ। ਸੋ ਇਸ ਕਰਕੇ ਮੈਂ ਫਿਰ ਇਹ ਗੱਲ ਦੁਹਰਾਉਣੀ ਚਾਹੁੰਦਾ ਕਿ ਇੱਕ ਤਾਂ ਸਿਕਿਉਰਿਟੀ ਫੋਰਸਿਸ ਜਿਹੜੀਆਂ ਉਹਨਾਂ 'ਚ ਆਪਸੀ ਤਾਲਮੇਲ, ਤੇ ਦੂਜਾ ਪੋਲੀਟੀਸ਼ੀਅਨਾਂ ਦੇ ਵਿੱਚ ਵੀ ਤੇ ਸਰਕਾਰਾਂ ਚਲਾਉਣ ਜਿਹੜੇ ਲੋਕ ਹੈ ਉਹਨਾਂ 'ਚ ਵੀ ਬਿਹਤਰ ਤਾਲਮੇਲ ਜਿਹੜਾ ਆ
ਉਹ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਸਾਡੀ ਸੁਰੱਖਿਆ ਦੀ ਗਰੰਟੀ ਹੋ ਸਕਦਾ ਹੈ। ਇਹ ਤਾਲਮੇਲ ਦੀ ਕਮੀ ਜਿਹੜੀ ਹੈ ਸਾਰੇ ਘਟਨਾ ਚੱਕਰ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ। ਜੀ ਅੱਜ ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਅੱਜ ਦੇ ਸਪਾਂਸਰ ਫਰੇਟਲਾਈਨਰ ਸਾਲਟ ਲੇਕ ਸਿਟੀ ਯੂਟਾ ਵਾਲਿਆਂ ਦੇ, ਜੋ ਹਰ ਤਰ੍ਹਾਂ ਦੇ ਟਰੱਕ ਵੇਚਦੇ ਹਨ ਤੇ ਹਰ ਤਰ੍ਹਾਂ ਦੇ ਟਰੱਕਾਂ ਦਾ ਵੱਡਾ ਭੰਡਾਰ ਹੈ। ਇਹ ਫਰੇਟਲਾਈਨਰ ਤੇ ਕੈਸਕੇਡੀਆ ਦੇ ਵਿੱਚ ਸਪੈਸ਼ਲਿਟੀ ਰੱਖਦੇ ਹਨ, ਹਰ ਤਰ੍ਹਾਂ ਦੀ ਪ੍ਰਾਈਸ ਨੂੰ ਬੀਟ ਕਰਦੇ ਤੇ ਪੰਜਾਬੀ ਬੋਲਦੇ ਹਨ। ਤੇ ਇਹਨਾਂ ਨਾਲ ਵਪਾਰ ਕਰਨ ਲਈ ਇਹਨਾਂ ਦਾ ਫੋਨ ਨੰਬਰ 8018951313 801 895 1313 ਇਹਨਾਂ ਦਾ ਫੋਨ ਨੰਬਰ ਹੈ ਜੀ। ਅਤੇ ਸੁਸ਼ੀਲ ਜੀ, ਮੇਰਾ ਅਗਲਾ ਸਵਾਲ ਆ ਕਿ ਮਾਘੀ ਦਾ ਮੇਲਾ ਆ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਆ, ਇਹ ਇਹਨਾਂ ਦਾ ਜ਼ੋਰ ਆ ਰੈਲੀਆਂ 'ਤੇ, ਇਹ ਰੈਲੀ ਹੋਏ ਪਏ ਆ। ਦੇਖੋ, ਹੁਣ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੋਲੀਟਿਕਸ ਜਿਹੜੀ ਹੈ, ਚੋਣ ਪੋਲੀਟਿਕਸ ਜਿਹੜੀ ਹੈ ਉਹ ਗਰਮ ਹੋ ਰਹੀ ਹੈ ਜੀ। ਇੱਕ ਹਫ਼ਤੇ ਤੋਂ ਪਿਛਲੇ ਤੋਂ ਥੋੜਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਉਹਦੇ 'ਚ ਜਿਹੜੀ ਇਹ ਚੋਣ ਸਿਆਸਤ ਹੈ ਥੋੜੀ ਦੱਬੀ ਗਈ ਹੈ। ਪਰ ਉਹਦੇ ਬਾਵਜੂਦ ਖਾਸ ਤੌਰ ਦੇ ਉੱਤੇ ਮਾਘੀ ਮੇਲੇ ਦੇ ਉੱਤੇ ਮੁਕਤਸਰ ਦੇ ਵਿੱਚ ਜਿਹੜੀਆਂ ਸਿਆਸੀ ਕਾਨਫਰੰਸਾਂ ਹੋਣੀਆਂ, ਉਹਦੀ ਚਰਚਾ ਚੱਲ ਰਹੀ ਹੈ। ਅੱਛਾ, ਚਰਚਾ 'ਚ ਹੋਰ ਗੱਲ ਹੈ ਤੇ ਸਾਰੀਆਂ ਪਾਰਟੀਆਂ ਇੱਕ ਦੂਜੇ ਤੋਂ ਡਰੀਆਂ ਹੋਈਆਂ, ਇਹ ਦੂਜੀ ਗੱਲ ਹੈ ਤੇ ਬੜੀ ਇੰਪੋਰਟੈਂਟ ਗੱਲ ਹੈ। ਸਭ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਡਰਿਆ ਹੋਇਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਫਿਕਰ ਪਿਆ ਹੈ ਕਿ ਮਾਘੀ ਮੇਲੇ ਦੇ ਉੱਤੇ ਕਿਤੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਵਾਲੇ ਸਾਡੇ ਤੋਂ ਵੱਡੀ ਰੈਲੀ ਨਾ ਕਰ ਜਾਣ। ਜਿੱਦਾਂ ਬਠਿੰਡੇ 'ਚ ਹੋਇਆ ਸੀ, ਕਾਂਗਰਸ ਦੀ ਰੈਲੀ ਲਈ ਜਿਹੜੀ ਬਦਲਾਅ ਰੈਲੀ ਕੀਤੀ, ਪਹਿਲੀ ਰੈਲੀ ਕੈਪਟਨ ਅਮਰਿੰਦਰ ਸਿੰਘ ਨੇ, ਉਸ ਰੈਲੀ ਲਈ ਜਿਹੜੀਆਂ ਟਰਾਂਸਪੋਰਟ ਦਾ ਜਿਹੜਾ ਪ੍ਰਬੰਧ ਕਰ ਰਹੀ ਸੀ ਕਾਂਗਰਸ ਪਾਰਟੀ, ਉਹਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਥੱਲੇ ਜਿਹੜੇ ਟਰਾਂਸਪੋਰਟ ਅਧਿਕਾਰੀ ਸੀ, ਉਹਨਾਂ ਨੇ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਸੀ, ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਤੁਸੀਂ ਕਾਂਗਰਸ ਵਾਲਿਆਂ ਨੂੰ ਆਪਣੀਆਂ ਬੱਸਾਂ ਦਿੱਤੀਆਂ ਜਾਂ ਟਰੱਕ ਦਿੱਤੇ ਤਾਂ ਫਿਰ ਦੇਖੋ ਤੁਹਾਡਾ ਕੀ ਬਣਦਾ। ਉਦੋਂ ਫਿਰ ਕੈਪਟਨ ਅਮਰਿੰਦਰ ਨੇ ਇਹ ਗੱਲ ਕਹੀ ਸੀ, ਤੁਹਾਨੂੰ ਯਾਦ ਹੋਣਾ, ਕਿ ਜੇ ਭਾਈ ਇਹ ਕੁਝ ਕਰਨਾ ਟਰਾਂਸਪੋਰਟ ਅਫਸਰਾਂ ਨੇ ਤੇ ਜਿੱਦਣ ਸਾਡੀ ਸਰਕਾਰ ਆ ਗਈ ਫਿਰ ਤਾਂ ਭਲਾ ਵਿਚਾਰ ਲਿਓ, ਸੋਚ ਲਿਓ ਤੁਹਾਡਾ ਕੀ ਬਣਨਾ। ਹੁਣ ਜੋ ਕਾਂਗਰਸ ਦਾ ਹੋ ਰਿਹਾ ਸੀ ਉਹੀ ਆਮ ਆਦਮੀ ਪਾਰਟੀ ਦਾ ਹੋ ਰਿਹਾ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੋਇਆ ਕਿ ਅਸੀਂ 11 ਕਿੱਲਿਆਂ 'ਚ ਦੇ ਵਿੱਚ ਮਾਘੀ ਕਾਨਫਰੰਸ ਕਰਨੀ ਹੈ। 11 ਕਿੱਲਿਆਂ 'ਚ ਇਹ ਕਿਹਾ ਕਿ ਅਸੀਂ 6-7 ਲੱਖ ਲੋਕ ਲੈ ਕੇ ਆਵਾਂਗੇ। ਹੁਣ ਉਹਦੀ ਵੀ ਉਹ ਤਿਆਰੀ ਕਰ ਰਹੇ ਹੈ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬੱਸਾਂ ਦੀ ਬੁਕਿੰਗ ਹੋ ਰਹੀ ਹੈ। ਹੁਣ ਟਰਾਂਸਪੋਰਟ ਅਫਸਰ ਜਿਹੜੇ ਡਿਸਟ੍ਰਿਕਟ ਟਰਾਂਸਪੋਰਟ ਆਫਿਸਰਸ ਹੈ, ਉਹਨਾਂ ਦੀ ਡਿਊਟੀ ਲੱਗੀ ਹੈ ਪਤਾ ਕਰੋ ਵੀ ਆਮ ਆਦਮੀ ਪਾਰਟੀ ਦੀ ਕਾਨਫਰੰਸ ਲਈ ਕਿੱਥੋਂ ਕਿੰਨੀਆਂ ਬੱਸਾਂ ਬੁੱਕ ਹੋ ਗਈਆਂ, ਤੇ ਨਾਲ ਜਿਹੜੇ ਟਰਾਂਸਪੋਰਟ ਵਾਲੇ ਪ੍ਰਾਈਵੇਟ ਟਰਾਂਸਪੋਰਟਰ ਆ ਉਹਨਾਂ ਨੂੰ ਫਿਰ ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਧਮਕੀ ਦਿੱਤੀ ਜਾ ਰਹੀ ਹੈ ਕਿ ਆਪਦੀਆਂ ਬੱਸਾਂ ਆਪਦੇ ਟਰੱਕ ਨਾ ਦਿਓ ਇਸ ਰੈਲੀ ਦੀ। ਸੋ ਇੱਕ ਤਾਂ ਇਹ ਆ ਵੀ ਸਰਕਾਰ ਜਿਹੜੇ ਚਲਾ ਰਹੇ ਲੋਕ ਨੇ ਉਹ ਸਰਕਾਰ 'ਚ ਰਹਿੰਦਿਆਂ ਆਪਣੇ ਵਿਰੋਧੀਆਂ ਦੀਆਂ ਰੈਲੀਆਂ ਨੂੰ ਨਾਕਾਮ ਕਰਨ ਦਾ ਇੱਕ ਇਸ ਕਿਸਮ ਦਾ ਯਤਨ ਕਰਦੇ ਆ ਕਿ ਉਹਨਾਂ ਨੂੰ ਟਰਾਂਸਪੋਰਟ ਹੀ ਨਾ ਮਿਲੇ। ਕਾਂਗਰਸ ਵਾਲੇ ਵੀ ਹੁਣ ਉੱਥੇ ਰੈਲੀ ਕਰਨ ਦੀ ਪੂਰੀ ਤਿਆਰੀ ਕਰ ਰਹੇ ਆ। ਸੋ ਰੈਲੀਆਂ ਦਾ ਮੁਕਾਬਲਾ ਉੱਥੇ ਹੋਣ ਜਾ ਰਿਹਾ। ਜਿੱਥੇ ਆਮ ਆਦਮੀ ਪਾਰਟੀ ਨੇ ਕਿਹਾ ਕਿ 11 ਕਿੱਲਿਆਂ 'ਚ ਅਸੀਂ ਪੰਡਾਲ ਲਾਵਾਂਗੇ, ਉੱਥੇ ਉਹ ਸ਼੍ਰੋਮਣੀ ਅਕਾਲੀ ਦਲ ਜਿਹਨੇ ਪਿੱਛੇ 1.5 ਹਫ਼ਤਾ ਪਹਿਲਾਂ ਐਲਾਨ ਕੀਤਾ ਸੀ, ਸੁਖਬੀਰ ਸਿੰਘ ਢੀਂਡਸਾ ਦਾ ਬਿਆਨ ਅਸੀਂ ਤੁਹਾਡੇ ਨਾਲ ਸਾਂਝਾ ਵੀ ਕੀਤਾ ਸੀ। ਸੁਖਬੀਰ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਅਸੀਂ ਹੁਣ ਰੈਲੀਆਂ 'ਚ ਨਹੀਂ ਪੈਣਾ, ਅਸੀਂ ਹੁਣ ਡੋਰ ਟੂ ਡੋਰ ਜਾਵਾਂਗੇ। ਉਹੀ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਪਤਾ ਲੱਗਾ ਆਮ ਆਦਮੀ ਪਾਰਟੀ 11 ਕਿੱਲਿਆਂ 'ਚ ਕਰਦੀ ਹੈ ਕਾਨਫਰੰਸ, ਉਹਨੇ ਕਹਿ ਦਿੱਤਾ ਅਸੀਂ 22 ਕਿੱਲਿਆਂ 'ਚ ਕਰਾਂਗੇ। ਸੋ ਇਹ ਹੁਣ ਕੌਣ ਕਿੰਨੇ ਕਿੱਲਿਆਂ ਦੇ ਵਿੱਚ ਪੰਡਾਲ ਲਾਉਂਦਾ, ਇਹਦਾ ਮੁਕਾਬਲਾ ਚੱਲ ਪਿਆ। ਕਾਂਗਰਸ ਵਾਲੇ ਵੀ ਇਸ ਮੁਕਾਬਲੇ 'ਚ ਪਏ ਹੋਏ ਆ। ਸੋ ਇਹ ਵਾਹ ਮੁਕਾਬਲਾ ਰੈਲੀਆਂ ਦਾ ਇਹ ਹੁਣ ਮਾਘੀ ਮੇਲੇ ਤੇ ਦੇਖਣ ਦੀ ਨੌਬਤ ਲਾਜ਼ਮੀ ਤੌਰ 'ਤੇ ਆਏਗੀ। ਸਾਰਾ ਪੰਜਾਬ ਉਹਦੇ ਝੋਕ ਦਿੱਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਮੁਕਾਬਲੇ 'ਚ ਪੈ ਕੇ ਲੋਕਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਅੱਖੋਂ ਓਹਲੇ ਕਰਨ ਵਾਲੇ ਆ, ਕਿਉਂਕਿ ਫਿਰ ਤੱਤੀ ਕਿਸਮ ਦੀ ਜਿਹੜੀ ਹੈ ਭਾਸ਼ਣਬਾਜ਼ੀ ਉੱਥੇ ਹੋਣੀ ਹੈ ਤੇ ਅਸਲੀ ਮੁੱਦੇ ਜਿਹੜੇ ਆ ਲੋਕਾਂ ਦੇ ਜਿਹੜੇ ਆ ਉਹ ਖਿਸਕ ਜਾਣੇ ਆ ਇਸ ਮਾਘੀ ਮੇਲੇ ਦੀ ਕਾਨਫਰੰਸ 'ਤੇ। ਦੂਜੀ ਗੱਲ, ਮੇਲਿਆਂ ਦੀ ਕਾਨਫਰੰਸ ਦੇ ਉੱਤੇ ਸਿਆਸੀ ਗੱਲਾਂ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਹੁਕਮਨਾਮੇ ਵੀ ਜਾਰੀ ਹੁੰਦੇ ਰਹੇ ਆ, ਪਰ ਸਿਆਸਤ ਕਦੋਂ ਕਿਸੇ ਦੀ ਪਰਵਾਹ ਕਰਦੀ ਹੈ। ਖਾਸ ਤੌਰ 'ਤੇ ਜਦੋਂ ਸਿਰ ਤੇ ਚੋਣਾਂ ਦੀ ਸਿਆਸਤ ਚੜੀ ਹੋਵੇ ਤੇ 2017 ਸਿਰ ਤੇ ਆ ਕੇ ਖੜ ਗਿਆ ਹੋਵੇ। 2017 ਦੇ ਵਿੱਚ ਕੁਰਸੀ ਕਿਹਨੇ ਸਾਂਭਣੀ ਹੈ, ਇਸ ਲੜਾਈ ਦੇ ਵਿੱਚ ਲੋਕਾਂ ਨੂੰ ਪਾ ਦਿੱਤਾ ਗਿਆ। ਲੋਕ ਜਿਹੜੇ ਅੰਤਮ ਦਿਨ ਜਿਸ ਦਿਨ ਵੋਟਾਂ ਪੈਂਦੀਆਂ ਉਸ ਦਿਨ ਲੋਕ ਨਹੀਂ ਰਹਿੰਦੇ, ਵੋਟਰ ਬਣ ਜਾਂਦੇ ਆ। ਉਹਨਾਂ ਨੂੰ ਉਸ ਦਿਨ ਤੋਂ ਪਹਿਲੇ 1 ਸਾਲ ਪਹਿਲੇ ਵੋਟਰ ਬਣਾ ਦਿੱਤਾ ਗਿਆ। ਸੋ ਜੇ ਲੋਕਾਂ ਨੂੰ ਵੋਟਰ ਬਣਾ ਕੇ ਤੁਸੀਂ ਟਰੀਟ ਕਰਨਾ
ਤਾਂ ਫਿਰ ਇਸ ਤਰ੍ਹਾਂ ਦੇ ਰੈਲੀਆਂ ਦੇ ਮੁਕਾਬਲੇ ਅਸੀਂ ਦੇਖਾਂਗੇ। ਲੋਕਾਂ ਦੇ ਪ੍ਰੋਬਲਮਸ, ਲੋਕਾਂ ਦੀਆਂ ਸਮੱਸਿਆਵਾਂ, ਲੋਕਾਂ ਦੀਆਂ ਲੋੜਾਂ, ਲੋਕਾਂ ਦੀਆਂ ਥੋੜ੍ਹਾਂ, ਇਹ ਕਿਸੇ ਵਾਸਤੇ ਕੋਈ ਮਾਇਨਾ ਇਸ ਵੇਲੇ ਰੱਖਦੀਆਂ ਨਜ਼ਰ ਨਹੀਂ ਆ ਰਹੀ। ਅੱਜ ਤੇ ਅੱਗੇ ਆਪਾਂ ਮੁੜਦੇ ਹਾਂ ਆਮ ਆਦਮੀ ਪਾਰਟੀ ਵੱਲ ਹੀ ਕਿ ਜਿਸ ਤਰ੍ਹਾਂ ਜੱਸੀ ਜਸਰਾਜ ਆ ਉਹਨੇ ਬੋਲਣਾ ਸ਼ੁਰੂ ਕੀਤਾ ਆ, ਕੁਛ ਕੁ ਗੱਲਾਂ ਉਹਦੇ ਪਸੰਦ ਨਹੀਂ ਹੈਗੀਆਂ, ਤਾਂ ਇਸੇ ਦੇ ਵਿੱਚ ਹੀ ਛੋਟੇਪੁਰ ਨੇ ਕਿਹਾ ਕਿ ਜੱਸੀ ਖਿਲਾਫ ਹੋਵੇਗੀ ਅਨੁਸ਼ਾਸਨੀ ਕਾਰਵਾਈ। ਅਨੁਸ਼ਾਸਨੀ ਕਾਰਵਾਈ ਤਾਂ ਦੇਖੋ ਕਿਸੇ ਵੀ ਪਾਰਟੀ ਹੋਣਾ ਚਾਹੀਦਾ ਹੈ। ਮਸਲਾ ਇਹ ਹੈ ਕਿ ਜਦੋਂ ਸੁਰਜੀਤ ਸਿੰਘ ਛੋਟੇਪੁਰ ਕਹਿੰਦੇ ਹੈ ਕਿ ਜੱਸੀ ਜਸਰਾਜ ਨੇ ਵੀਡੀਓ ਜਾਰੀ ਕੀਤੀ ਹੈ ਕਿ ਜਿਹਦੇ 'ਚ ਉਹਨੇ ਕੁਝ ਗੰਭੀਰ ਕਿਸਮ ਦੇ ਇਲਜ਼ਾਮ ਲਾਏ, ਖਾਸ ਤੌਰ ਦੇ ਉੱਤੇ ਸੁਰਜੀਤ ਸਿੰਘ ਛੋਟੇਪੁਰ ਦੇ ਉੱਤੇ, ਮਨਪ੍ਰੀਤ ਬਾਦਲ ਦੇ ਹਵਾਲੇ ਦੇ ਨਾਲ, ਜਾਂ ਕੁਝ ਲੋਕ ਜਿਹੜੇ ਸ਼ਾਮਲ ਕੀਤੇ ਜਾ ਰਹੇ ਆਮ ਆਦਮੀ ਪਾਰਟੀ ਦੇ ਵਿੱਚ, ਉਹਨਾਂ ਤੇ ਉਹਨਾਂ ਨੇ ਕੁਐਸਚਨ ਮਾਰਕ ਲਾਇਆ। ਉਹਦੇ ਤੇ ਹੁਣ ਸੁਰਜੀਤ ਸਿੰਘ ਛੋਟੇਪੁਰ ਨੇ ਕਿਹਾ ਕਿ ਅਨੁਸ਼ਾਸਨੀ ਕਾਰਵਾਈ ਹੋਏਗੀ। ਠੀਕ ਹੈ, ਪਾਰਟੀ ਦੇ ਵਿੱਚ ਅਨੁਸ਼ਾਸਨ ਬੜਾ ਲਾਜ਼ਮੀ ਹੈ, ਪਰ ਜਦੋਂ ਤੁਸੀਂ ਕਹਿੰਦੇ ਆ ਕਿ ਫਲਾਣੇ ਬੰਦੇ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਹੋਏਗੀ, ਇਹ ਪੁੱਛਿਆ ਜਾ ਸਕਦਾ ਹੈ ਕਿ ਪਹਿਲਾਂ ਜਿਹੜੇ ਬੰਦੇ ਹਾਲੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਹੈ ਤੇ ਉਹਨਾਂ ਨੇ ਅਨੁਸ਼ਾਸਨ ਕੋਈ ਵੀ ਨਹੀਂ ਮੰਨਿਆ ਆਮ ਆਦਮੀ ਪਾਰਟੀ ਦਾ, ਤੇ ਉਹਨਾਂ ਦੀ ਅਨੁਸ਼ਾਸਨੀ ਕਾਰਵਾਈ ਕੀ ਕੀਤੀ ਗਈ? ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਹੈ, ਹਾਲੇ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈ। ਉਹ ਜੱਸੀ ਜਸਰਾਜ ਦੀ ਉਹਨਾਂ ਨੇ ਖੁੱਲ੍ਹ ਕੇ ਹਮਾਇਤ ਕੀਤੀ ਹੈ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਹਨਾਂ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਵੀ ਦੇ ਦਿੱਤਾ। ਹਾਲੇ ਤੱਕ ਆਮ ਆਦਮੀ ਪਾਰਟੀ ਉਹਨਾਂ ਨੂੰ ਡਿਸਮਿਸ ਕਿਉਂ ਨਹੀਂ ਕਰ ਸਕੀ? ਅਨੁਸ਼ਾਸਨ ਸਾਰੇ ਲਈ ਇੱਕੋ ਜਿਹਾ ਹੁੰਦਾ ਨਾ, ਤੁਸੀਂ ਅਨੁਸ਼ਾਸਨ ਲਾਗੂ ਕਰਨ ਲੱਗੇ ਟੈਕਨੀਕਲਿਟੀਜ਼ ਦੇਖੀ ਜਾਓ ਕਿ ਜੇ ਅਸੀਂ ਉਹਨੂੰ ਕੱਢ ਦਿੱਤਾ ਪਾਰਟੀ ਚੋਂ, ਉਹਨੇ ਐਮਪੀ ਰਹਿ ਜਾਣਾ। ਜੇ ਅਸੀਂ ਨਹੀਂ ਪਾਰਟੀ ਨੂੰ ਕੱਢਦੇ, ਆਪ ਪਾਰਟੀ ਛੱਡ ਕੇ ਚੱਲ ਜਾਵੇ ਤਾਂ ਐਮਪੀ ਉਹ ਨਹੀਂ ਰਹਿੰਦਾ। ਹੁਣ ਉਹ ਵੀ ਦਾਅ ਤੇ ਹੈ। ਡਾਕਟਰ ਧਰਮਵੀਰ ਗਾਂਧੀ ਵੀ ਇਸ ਰਣਨੀਤੀ ਨੂੰ ਸਮਝਦੇ ਆ, ਉਹ ਵੀ ਦਾਅ ਤੇ ਹੈ। ਉਹਨਾਂ ਨੂੰ ਪਤਾ ਵੀ ਜੇ ਮੈਂ ਅੱਜ ਪਾਰਟੀ ਛੱਡ ਦਿੱਤੀ, ਆਪ ਮੈਂ ਐਮਪੀ ਨਹੀਂ ਰਹਿਣਾ, ਉਹ ਐਮਪੀ ਵੀ ਰਹਿਣਾ ਚਾਹੁੰਦੇ ਆ। ਤੇ ਇਹਨਾਂ ਨੂੰ ਪਤਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਜੇ ਉਹਨੂੰ ਕੱਢ ਦਿੱਤਾ ਫਿਰ ਇਹਨੇ ਐਮਪੀ ਰਹਿ ਜਾਣਾ ਤਕਨੀਕੀ ਤੌਰ ਤੇ। ਜਦੋਂ ਤੁਸੀਂ ਏਦਾਂ ਦੀਆਂ ਚੀਜ਼ਾਂ ਦੇਖਣ ਲੱਗ ਪੈਂਦੇ ਹੋ, ਫਿਰ ਅਨੁਸ਼ਾਸਨ ਕਿੱਥੇ ਰਹਿ ਜਾਂਦਾ? ਆਮ ਆਦਮੀ ਪਾਰਟੀ ਦੇ ਅੰਦਰ ਅਨੁਸ਼ਾਸਨ ਕਾਇਮ ਹੋਵੇ, ਇਸ ਗੱਲ ਤੇ ਅਸੀਂ ਸ਼ੁਰੂ ਤੋਂ ਜ਼ੋਰ ਦਿੰਦੇ ਆਏ ਹਾਂ। ਤੇ ਅਨੁਸ਼ਾਸਨ ਏਦਾਂ ਥੋੜ੍ਹਾ ਕਾਇਮ ਹੁੰਦਾ। ਅਨੁਸ਼ਾਸਨ ਕਾਇਮ ਹੁੰਦਾ ਤੁਹਾਡੀ ਪੋਲੀਟੀਕਲ ਆਈਡੀਓਲੋਜੀ ਦੇ ਉੱਤੇ, ਜੇ ਪਾਰਟੀ ਉਸਰੀ ਹੋਵੇ, ਤੇ ਜੇ ਤੁਸੀਂ ਪਾਰਟੀ ਦੇ ਜਿਹੜੇ ਲੋਕ ਲੈ ਕੇ ਆ ਰਹੇ ਹੋ ਉਹਨਾਂ ਦੀ ਕੋਈ ਪੁਣਛਾਣ ਹੋਵੇ, ਕੋਈ ਸਕੈਨਿੰਗ ਹੋਵੇ। ਆਮ ਆਦਮੀ ਪਾਰਟੀ ਦੇ ਵਿੱਚ ਤਾਂ ਮੇਰਾ ਜੀਅ ਕਰਦਾ ਅੱਜ ਮੈਂ ਕਹਿ ਦਵਾਂ ਆਮ ਆਦਮੀ ਪਾਰਟੀ ਜਾਣਾ, ਝੱਟ ਮੈਨੂੰ ਲੈ ਲੈਣਗੇ। ਮੈਨੂੰ ਇੱਕ ਡਾਕਟਰ, ਬਹੁਤ ਪ੍ਰਸਿੱਧ ਡਾਕਟਰ ਹੈ ਪਟਿਆਲੇ ਤੋਂ, ਉਹਨਾਂ ਦਾ ਮੈਨੂੰ ਇੱਕ ਦਿਨ ਫੋਨ ਆਇਆ, ਕਹਿੰਦੇ ਸੁਸ਼ੀਲ ਮੈਨੂੰ ਦੱਸੋ ਵੀ ਬੜਾ ਜ਼ੋਰ ਪਾ ਰਹੇ ਆਮ ਆਦਮੀ ਪਾਰਟੀ ਵਾਲੇ ਵੀ ਤੁਸੀਂ ਸਾਡੀ ਪਾਰਟੀ ਸ਼ਾਮਲ ਹੋ ਜਾਓ। ਤੇ ਮੈਂ ਸਲਾਹ ਲੈਣੀ ਆ ਵੀ ਕਿ ਜਾਵਾਂ ਆਮ ਆਦਮੀ ਪਾਰਟੀ 'ਚ ਨਾ ਜਾਵਾਂ। ਮੈਂ, ਉਹ ਮੇਰੇ ਨੇੜੇ ਦੇ ਦੋਸਤ ਹੈ, ਮੈਂ ਉਹਨਾਂ ਨੂੰ ਕਿਹਾ ਕਿ ਇਹ ਮਰਜ਼ੀ ਤਾਂ ਤੁਹਾਡੀ ਹੈ ਜੀ, ਇਹ ਤਾਂ ਤੁਸੀਂ ਦੇਖਣਾ ਵੀ ਤੁਹਾਡੇ ਮਨ 'ਚ ਕੀ ਹੈ। ਜੇ ਇੱਕ ਦੋਸਤ ਵਾਂਗ ਰਾਏ ਲੈਂਦੇ ਹੋ ਤੇ ਜਿਹੜੀ ਪਾਰਟੀ ਨੇ ਦਰਵਾਜ਼ੇ ਆਪਣੇ ਬਿਨਾਂ ਸਕੈਨਿੰਗ ਤੋਂ, ਬਿਨਾਂ ਮੈਂਬਰਸ਼ਿਪ ਵਾਸਤੇ ਏਦਾਂ ਖੋਲ੍ਹ ਦਿੱਤੇ ਹੁਣ ਵੀ ਜਿਹੜਾ ਮਰਜ਼ੀ ਆਵੇ, ਜਿਹੜੀ ਮਰਜ਼ੀ ਪਾਰਟੀ 'ਚ ਆਵੇ, ਉਸ ਪਾਰਟੀ ਦਾ ਹੱਲ ਵੀ ਉਹੀ ਹੋਣ ਵਾਲਾ ਜਿਹੜਾ ਪਿਛਲੀਆਂ ਪਾਰਟੀਆਂ 'ਚ ਉੱਠ ਕੇ ਜਿਹੜੇ ਲੋਕ ਉਹਨਾਂ ਪਾਰਟੀ ਦਾ ਹੱਲ ਕਰਕੇ ਆਏ ਆ। ਸੋ ਹਾਲੇ ਤੱਕ ਤਾਂ ਉਹ ਡਾਕਟਰ ਸਾਹਿਬ ਨੇ ਮੇਰੀ ਗੱਲ ਮੰਨੀ ਹੋਈ ਹੈ। ਕੱਲ੍ਹ ਨੂੰ ਚਲੇ ਜਾਂਦੀ ਉਹਨਾਂ ਸੁਤੰਤਰ ਨੇ। ਪਰ ਮੇਰੇ ਕਹਿਣ ਤੋਂ ਭਾਵ ਇਹ ਹੈ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਆਮ ਆਦਮੀ ਪਾਰਟੀ ਜਾ ਰਿਹਾ, ਕਿਉਂ ਜਾ ਰਿਹਾ, ਉਹਨੂੰ ਜਾਣਾ ਚਾਹੀਦਾ ਜੇ ਉਹਦਾ ਮਨ ਕਰਦਾ ਜਾਵੇ। ਪਰ ਇਸ ਪਾਰਟੀ ਨੇ ਕਿਸੇ ਕਿਸਮ ਦਾ ਕੋਈ ਸਿਧਾਂਤਕ ਪੈਂਤੜਾ ਨਹੀਂ ਅਪਣਾਇਆ, ਕਿਸੇ ਕਿਸਮ ਦਾ ਡਿਸਿਪਲਿਨ ਜਿਹੜਾ ਉਹ ਹੋ ਹੀ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਸਿਧਾਂਤਕ ਪੈਂਤੜਾ ਕੋਈ ਨਹੀਂ। ਜਿਸ ਪਾਰਟੀ ਨੇ ਇਹ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਰਵਿੰਦ ਕੇਜਰੀਵਾਲ ਸੱਦਾ ਦੇ ਰਹੇ ਨੇ, ਸਿੱਧਾ ਹੀ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿਸੇ ਇੱਕ ਬੰਦੇ ਦਾ ਨਾਂ ਲੈ ਕੇ ਕਿ ਜੇ ਉਹ ਸਾਡੀ ਪਾਰਟੀ 'ਚ ਆਵੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਹੈ। ਨਵਜੋਤ ਸਿੰਘ ਸਿੱਧੂ RSS ਦਾ ਪ੍ਰਚਾਰਕ ਹੈ ਜੀ, ਬੱਜੀ ਉਹਦੇ ਪੱਗ ਹੈ। ਅਸੀਂ ਨਿੱਜੀ ਤੌਰ ਤੇ ਉਹਨਾਂ ਦੀ ਕਦਰ ਕਰਦੇ ਹਾਂ, ਪਰ ਤੁਹਾਨੂੰ ਨਹੀਂ ਪਤਾ ਕਿ 3 ਵਾਰ ਦਾ ਮੈਂਬਰ ਪਾਰਲੀਮੈਂਟ ਹੈ ਭਾਰਤੀ ਜਨਤਾ ਪਾਰਟੀ ਦਾ, ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਾਂ ਆ ਰਾਜਨੀਤਿਕ ਤੌਰ ਦੇ ਉੱਤੇ ਉਹ RSS ਹੈ, ਜਿਹੜੀ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਹੁਣ ਜੇ ਹਿੰਦੂ ਰਾਸ਼ਟਰ ਦਾ ਪ੍ਰਚਾਰਕ ਜਿਹੜਾ ਉਹਦੇ ਵਾਸਤੇ ਵੀ ਦਰਵਾਜ਼ੇ ਖੁੱਲੇ ਆ ਆਮ ਆਦਮੀ ਪਾਰਟੀ ਦੇ, ਖੁਦ ਅਰਵਿੰਦ ਕੇਜਰੀਵਾਲ ਕਹਿ ਰਹੇ। ਦੂਜੇ ਪਾਸੇ ਅਕਾਲੀ ਪੋਲਿਟਿਕਸ ਦੇ ਵਿੱਚ ਜਿਹੜੀ ਗਰਮ ਕਿਸਮ ਦੀ ਪੋਲਿਟਿਕਸ ਕਰਦੇ ਰਹੇ ਆ ਉਹਨਾਂ ਵਾਸਤੇ ਵੀ ਦਰਵਾਜ਼ੇ ਖੁੱਲੇ ਆ। ਤੀਜੇ ਪਾਸੇ ਇੱਕ ਨਰਮ ਕਿਸਮ ਦਾ ਸੁਧਾਰਕ ਸਿੱਖ ਜਿਹੜਾ ਕਿਤੇ ਕਿਸੇ ਹੋਰ ਪਾਰਟੀ 'ਚ, ਉਹਦੇ ਵਾਸਤੇ ਵੀ ਦਰਵਾਜ਼ੇ ਖੁੱਲੇ ਆ। ਤੇ ਤੀਜੇ ਪਾਸੇ ਕਾਂਗਰਸੀਆਂ ਵਾਸਤੇ ਵੀ ਦਰਵਾਜ਼ੇ ਖੁੱਲੇ ਆ ਜਿਨ੍ਹਾਂ ਨੂੰ ਤੁਸੀਂ ਦੋਸ਼ ਦਿੰਦੇ ਹੋ ਕਿ 1984 ਨਾ ਕਰਕੇ ਵਾਪਰਿਆ ਹੈ, ਜਿਹਦੀ ਲੀਡਰਸ਼ਿਪ ਨੇ ਦਿੱਲੀ 'ਚ ਸ਼ਰੇਆਮ ਜਿਹੜਾ ਕਤਲੇਆਮ ਕਰਵਾਇਆ ਸਿੱਖ ਕਮਿਊਨਿਟੀ ਦਾ, ਉਹਨਾਂ ਵਾਸਤੇ ਵੀ ਦਰਵਾਜ਼ੇ ਖੁੱਲੇ। ਇੱਕ ਪਾਸੇ ਜਿਹੜੇ ਪੀੜਤ ਪਰਿਵਾਰ ਉਹਨਾਂ ਨੂੰ 5-5 ਲੱਖ ਰੁਪਈਆ ਦੇ ਰਹੇ, ਦੂਜੇ ਪਾਸੇ ਜਿਹੜੇ ਜਿਨ੍ਹਾਂ ਕਰਕੇ ਪੀੜਤ ਹੈ ਉਹਨਾਂ ਵਾਸਤੇ ਵੀ ਦਰਵਾਜ਼ੇ ਤੁਹਾਡੇ ਖੁੱਲੇ। ਤੁਹਾਡੀ ਸਿਧਾਂਤਕ ਤੁਹਾਡੀ ਜ਼ਮੀਨ ਕੀ ਹੈ? ਜੇ ਤੁਹਾਡੀ ਕੋਈ ਸਿਧਾਂਤਕ ਜ਼ਮੀਨ ਹੀ ਨਹੀਂ ਹੈਗੀ ਫਿਰ ਏਦਾਂ ਦੇ ਲੋਕ ਆਉਣ
ਜਦੋਂ ਮਰਜ਼ੀ ਉਹ ਅਨੁਸ਼ਾਸਨ ਤੋੜਨਗੇ। ਤੁਸੀਂ ਕਹੀ ਜਾਓ ਅਨੁਸ਼ਾਸਨੀ ਕਾਰਵਾਈ ਕਰਨੀ, ਕਰ ਲਓ। ਕਿਸੇ ਹੋਰ ਤੇ ਕੱਲ੍ਹ ਨੂੰ ਪੈਣੀ ਹੈ, ਕੱਲ੍ਹ ਨੂੰ ਤੁਹਾਡੇ ਤੇ ਅਨੁਸ਼ਾਸਨੀ ਕਾਰਵਾਈ ਹੋ ਜਾਣੀ ਹੈ। ਜਿਸ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਦਿੱਲੀ 'ਚ ਜਿਹੜੇ ਨੈਸ਼ਨਲ ਚੇਅਰਮੈਨ ਉਹ ਵੀ ਕੱਢੇ ਗਏ ਹੋਣ, ਤੇ ਪੰਜਾਬ ਦੇ ਜਿਹੜੇ ਅਨੁਸ਼ਾਸਨੀ ਕਮੇਟੀ ਚੇਅਰਮੈਨ ਡਾਕਟਰ ਦਲਜੀਤ ਸਿੰਘ ਉਹ ਵੀ ਕੱਢ ਦਿੱਤੇ ਗਏ ਹੋਣ, ਉਸ ਪਾਰਟੀ ਦੇ ਅਨੁਸ਼ਾਸਨ ਦੀ ਕੋਈ ਤਵੱਕੋ ਨਹੀਂ ਕੀਤੀ ਜਾ ਸਕਦੀ ਜੀ। ਹਾਂਜੀ, ਤੇ ਅੱਗੇ ਆਪਾਂ ਜਿਸ ਤਰ੍ਹਾਂ ਪਾਰਟੀਆਂ ਦੀ ਗੱਲ ਕਰਦੇ ਹਾਂ, ਇਹ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਖਹਿਰਾ ਨੂੰ ਕਿਹਾ ਕਿ ਇਹ ਮੌਕਾ ਪ੍ਰਸਤ ਆ, ਪਰ ਅੱਗੋਂ ਸੁਖਪਾਲ ਖਹਿਰਾ ਨੇ ਵੀ ਚੈਲੰਜ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ। ਸਾਡੀ ਟੋਟਲ ਪੋਲੀਟਿਕਸ ਮੌਕਾ ਪ੍ਰਸਤੀ ਦੀ ਪੋਲੀਟਿਕਸ ਹੈ ਦੇਸ਼ ਦੀ, ਪੰਜਾਬ ਦੀ। ਵੈਸੇ ਤਾਂ ਜੇ ਤੁਸੀਂ ਦੁਨੀਆ ਤੇ ਨਜ਼ਰ ਮਾਰੋ ਨਾ, ਸੰਸਾਰ ਦੀ ਪੋਲੀਟਿਕਸ ਤੇ ਨਜ਼ਰ ਮਾਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਰੇ ਸੰਸਾਰ 'ਚ ਪੋਲੀਟਿਕਸ ਇਸ ਵੇਲੇ ਮੌਕੇ ਦੀ ਹੈ, ਮੌਕਾ ਪ੍ਰਸਤੀ ਦੀ ਹੈ। ਹੁਣ ਕੈਪਟਨ ਅਮਰਿੰਦਰ ਹੋਰਾਂ ਨੇ ਸੁਖਪਾਲ ਖਹਿਰਾ ਤੇ ਜਿਹੜੇ ਕੁਝ ਗੱਲਾਂ ਕੀਤੀਆਂ ਉਹ ਇਸ ਕਿਸਮ ਦੀਆਂ ਸੀ ਕਿ ਉਹ ਤਾਂ ਜੀ ਨਵੇਂ ਹਲਕੇ ਨੂੰ ਲੱਭ ਰਹੇ ਨੇ, ਉਹਨੂੰ ਭੁਲੱਥ ਤੋਂ ਨਹੀਂ ਲੜਨਾ। ਜਲੰਧਰ ਕੈਂਟ 'ਚ ਉਹਨਾਂ ਦੀ ਨਿਗਾਹ ਆ ਤੇ ਮੌਕੇ ਪ੍ਰਸਤੀ ਦੀ ਮਿਸਾਲ ਦੇ ਤੌਰ ਤੇ ਉਹਨਾਂ ਨੇ ਸੁਖਪਾਲ ਖਹਿਰਾ ਦਾ ਨਾਂ ਲਿਆ। ਸੁਖਪਾਲ ਖਹਿਰਾ ਨੇ ਮੋੜਵਾਂ ਹਮਲਾ ਕੀਤਾ। ਸੁਖਪਾਲ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਭੁੱਲਣ ਦੀ ਬਿਮਾਰੀ ਹੈ। ਕਿੱਦਾਂ ਉਹਨਾਂ ਨੇ ਪੰਜਾਬ ਕਾਂਗਰਸ ਦਾ ਫਿਰ ਤੋਂ ਪ੍ਰਧਾਨ ਬਣਨ ਵਾਸਤੇ ਬਾਂਹ ਮਰੋੜਨ ਦੀ ਜਿਹੜੀ ਪੋਲੀਟਿਕਸ ਕੀਤੀ ਜਾਂ ਬਾਂਹ ਮਰੋੜਨ ਦੀਆਂ ਚਾਲਾਂ ਚੱਲੀਆਂ ਉਹ ਭੁੱਲ ਗਏ। ਨਾਲ ਸੁਖਪਾਲ ਖਹਿਰਾ ਨੇ ਕਹਿ ਦਿੱਤਾ ਵੀ ਜੇ ਪਾਰਟੀ ਬਦਲਣਾ ਮੌਕਾ ਪ੍ਰਸਤੀ ਹੈ ਤਾਂ ਫਿਰ 1980 ਤੋਂ ਲੈ ਕੇ ਕੈਪਟਨ ਅਮਰਿੰਦਰ ਆਪਣੇ ਕੈਰੀਅਰ ਤੇ ਨਜ਼ਰ ਪਾ ਲੈਣ, ਪਤਾ ਲੱਗ ਜੂ ਉਹਨਾਂ ਤੋਂ ਵੱਡਾ ਮੌਕਾ ਪ੍ਰਸਤ ਕੋਈ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਸੁਖਪਾਲ ਖਹਿਰਾ ਨੇ ਕੀਤੀਆਂ। ਅਸੀਂ ਓਵਰਆਲ ਇਹ ਕਹਿਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਵੀ ਇੱਕ ਦੂਜੇ ਦੇ ਉੱਤੇ ਮੌਕਾ ਪ੍ਰਸਤੀ ਦਾ ਇਲਜ਼ਾਮ ਲਾ ਕੇ ਲੋਕਾਂ ਨੂੰ ਕੀ ਮੈਸੇਜ ਕਨਵੇ ਕੀਤਾ ਜਾ ਰਿਹਾ। ਪ੍ਰੈਕਟੀਕਲੀ ਕੀ ਹੈ? ਪ੍ਰੈਕਟੀਕਲੀ ਇਹ ਹੈ ਵੀ ਅੱਜ ਦੀ ਟੋਟਲ ਪੋਲੀਟਿਕਸ ਜਿਹੜੀ ਹੈ ਸੱਚਮੁੱਚ ਹੀ ਮੌਕਾ ਪ੍ਰਸਤੀ ਦੀ ਹੋ ਚੁੱਕੀ ਹੈ। ਜਿੱਦਾਂ ਅਸੀਂ ਹੁਣੇ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਗੱਲ ਕੀਤੀ ਹੈ, ਕੈਪਟਨ ਅਮਰਿੰਦਰ ਨੇ ਵੀ ਨੋ ਡਾਊਟ ਕੁਝ ਇੱਦਾਂ ਦੀਆਂ ਸਿਚੁਏਸ਼ਨਸ ਜਿਹੜੀਆਂ ਕ੍ਰੀਏਟ ਕਰਤੀਆਂ ਸੀ ਇਹਨਾਂ ਦਿਨਾਂ ਦੇ ਵਿੱਚ। ਗੱਲਾਂ ਚੱਲ ਪਈਆਂ ਸੀ ਕਿ ਕੈਪਟਨ ਅਮਰਿੰਦਰ ਭਾਰਤੀ ਜਨਤਾ ਪਾਰਟੀ 'ਚ ਵੀ ਜਾ ਸਕਦੇ ਆ, ਕੈਪਟਨ ਅਮਰਿੰਦਰ ਵੱਖਰਾ ਧੜਾ ਵੀ ਬਣਾ ਸਕਦੇ ਆ। ਇਹ ਗੱਲ ਚੱਲ ਪਈ ਸੀ। ਇਹ ਉਹੀ ਪੰਜਾਬ ਹੈ ਜਿਸ ਵਿੱਚ ਬੜੇ ਕਹਿ ਲਓ ਵੀ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜਿਹੜੇ ਜਗਮੀਤ ਬਰਾੜ, ਜਿਹਨਾਂ ਬਾਰੇ ਚਰਚਾ ਚੱਲਦੀ ਸੀ, ਉਹ 12 ਜਨਵਰੀ ਨੂੰ ਅਮਿਤ ਸ਼ਾਹ ਦੀ ਰੈਲੀ ਜਿਹੜੀ ਹੋਣੀ ਸੀ ਪੋਸਟਪੋਨ ਹੋ ਗਈ ਸੀ ਅੰਮ੍ਰਿਤਸਰ ਦੇ ਵਿੱਚ। ਉਸ ਰੈਲੀ 'ਚ ਜਗਮੀਤ ਬਰਾੜ ਬੀਜੇਪੀ 'ਚ ਜਾਣ ਵਾਲੇ ਸੀ, ਅਚਾਨਕ ਰੁਕ ਗਏ। ਸੁਖਪਾਲ ਖਹਿਰਾ ਬਾਰੇ ਵੀ ਪਹਿਲਾਂ ਗੱਲ ਚੱਲੀ ਸੀ ਆਮ ਆਦਮੀ ਪਾਰਟੀ ਜਾਣ ਦੀ ਤਿਆਰੀ ਹੈ, ਉਦੋਂ ਕੋਈ ਅੜਿੱਕਾ ਪੈ ਗਿਆ, ਨਹੀਂ ਗਏ। ਕੈਪਟਨ ਅਮਰਿੰਦਰ ਵੱਖਰੀ ਪਾਰਟੀ ਬਣਾਉਣ ਦੀਆਂ ਗੱਲਾਂ ਹੋਣ ਲੱਗ ਪਈਆਂ ਸੀ ਜਾਂ ਬੀਜੇਪੀ 'ਚ ਜਾਣ ਦੀਆਂ ਗੱਲਾਂ ਹੋਣ ਲੱਗ ਪਈਆਂ ਸੀ। ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਲਗਾਤਾਰ ਚਰਚਾ ਚੱਲ ਰਹੀ ਹੈ। ਜਿਸ ਜਿਹੜਾ ਸੀਨ ਅਸੀਂ ਦੇਖ ਰਹੇ, ਸੀਨ ਦੇ ਵਿੱਚ ਕਿਸੇ ਕਿਸਮ ਦਾ ਸਿਧਾਂਤਕ ਜਾਂ ਆਈਡੀਓਲੋਜੀਕਲ ਜਿਹੜਾ ਇੱਕ ਲਗਾਅ ਹੁੰਦਾ ਕਿਸੇ ਦੇ ਨਾਲ ਪੋਲੀਟਿਕਸ ਦੇ ਵਿੱਚ, ਉਹ ਕਿਤੇ ਨਹੀਂ ਦਿਖਾਈ ਦੇ ਰਿਹਾ। ਪੋਲੀਟਿਕਸ ਦੇ ਵਿੱਚ ਸਿਰਫ ਕੁਰਸੀ ਦੇਖੀ ਜਾ ਰਹੀ ਹੈ ਵੀ ਕਿਹਦੇ ਧੜੇ 'ਚ ਜਾ ਕੇ ਸੱਤਾ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ। ਜੇ ਪਾਰਟੀ ਨਹੀਂ ਵੀ ਜਿੱਤੂਗੀ ਪਰ ਉਸ ਪਾਰਟੀ ਦੇ ਅੰਦਰਲੀ ਸੱਤਾ ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਇਹ ਦੋਵਾਂ ਪਾਸਿਆਂ ਤੋਂ ਹੋ ਰਿਹਾ। ਸੁਖਪਾਲ ਖਹਿਰਾ ਹੋਰਾਂ ਨੇ ਵੀ ਇਸੇ ਨਜ਼ਰੀਏ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਕੈਪਟਨ ਅਮਰਿੰਦਰ ਨੇ ਵੀ ਦੁਬਾਰਾ ਪ੍ਰਧਾਨਗੀ ਇਸੇ ਨਜ਼ਰੀਏ ਦੇ ਨਾਲ ਹਾਸਲ ਕੀਤੀ ਹੈ। ਪੂਰਾ ਜ਼ੋਰ ਲਾ ਕੇ 3-4 ਸਾਲ ਜ਼ੋਰ ਲਾਉਣ ਤੋਂ ਬਾਅਦ ਫਿਰ ਤੋਂ ਉਹਨਾਂ ਨੂੰ ਪ੍ਰਧਾਨਗੀ ਮਿਲੀ ਹੈ। ਕੌਣ ਆਪੋ ਆਪਣੀਆਂ ਰਾਜਨੀਤਿਕ ਜਿਹੜੀਆਂ ਐਂਬੀਸ਼ਨਸ ਜਿਹੜੇ ਇਹਨਾਂ ਦੇ ਹੈਗੇ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਕਾਮਯਾਬ ਹੁੰਦਾ, ਇਹ 2017 ਦੀਆਂ ਜਿਹੜੀਆਂ ਪੇਟੀਆਂ ਵੋਟਾਂ ਵਾਲੀਆਂ ਉਹਦੇ 'ਚ ਇਹਨਾਂ ਦਾ ਭਵਿੱਖ ਕੈਦ ਹੋਏਗਾ ਤੇ ਉਦੋਂ ਹੀ ਪਤਾ ਲੱਗੇਗਾ ਜਦੋਂ ਪੇਟੀਆਂ ਖੁੱਲਣਗੀਆਂ। ਜੀ, ਤੇ ਜੀ ਅੱਗੇ ਜੇ ਗੱਲ ਕਰੀਏ ਕੈਪਟਨ ਅਮਰਿੰਦਰ ਦੀ ਕਿ ਉਹਨਾਂ ਨੇ ਇਸ ਨੂੰ ਖਹਿਰੇ ਨੂੰ ਕਹਿਤਾ ਕਿ ਮੌਕਾ ਪ੍ਰਸਤ ਹੈ, ਪਰ ਜਦੋਂ ਇਹਨਾਂ ਦੀ ਇੰਟਰਵਿਊ ਹੋਈ ਆ ਉਸ ਦੇ ਵਿੱਚ ਇਸ਼ਾਰਾ ਇਹ ਵੀ ਲੱਗਦਾ ਆ ਕਿ ਜੇ ਹੋਰ ਕੋਈ ਵੀ ਸਾਡੀ ਪਾਰਟੀ ਦੇ ਵਿੱਚ ਆਉਣਾ ਚਾਹੁੰਦਾ ਆ ਤੇ ਬੇਸ਼ੱਕ ਮਨਪ੍ਰੀਤ ਹੈ ਉਹ ਆ ਸਕਦਾ ਹੈ। ਇੱਕ ਇੰਟਰਵਿਊ ਅੱਜ ਹੀ ਛਪੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਇੱਕ ਸਾਲ ਪਹਿਲਾਂ ਅਖਬਾਰ ਨੇ ਛਾਪੀ ਹੈ। ਉਹਦੇ 'ਚ ਬੜੀਆਂ ਬੇਬਾਕ ਗੱਲਾਂ ਉਹਨਾਂ ਨੇ ਕੀਤੀਆਂ, ਖਾਸ ਤੌਰ ਤੇ ਉੱਤੇ ਪੰਜਾਬ ਦੀ ਪੋਲੀਟਿਕਸ ਬਾਰੇ ਵੀ ਉਹਨਾਂ ਨੂੰ ਬੜੇ ਚੁਭਵੇਂ ਸਵਾਲ ਵੀ ਕੀਤੇ ਗਏ, ਪਰ ਉਹਨਾਂ ਨੇ ਬੜੇ ਬੈਲੈਂਸ ਜਵਾਬ ਦਿੱਤੇ ਨੇ। ਪਰ ਉਹ ਜੇ ਇੰਟਰਵਿਊ ਸਾਰੀ ਪੜ੍ਹੋ ਤਾਂ ਉਹਦੇ ਵਿੱਚੋਂ ਬੜੇ ਸਾਰੇ ਕੁਐਸਚਨ ਨਿਕਲਦੇ ਆ ਕੈਪਟਨ ਅਮਰਿੰਦਰ ਸਿੰਘ ਵਾਸਤੇ, ਮੋੜਵੀਂ ਕੁਐਸਚਨ ਜਾਣੀ ਕਾਊਂਟਰ ਕੁਐਸਚਨ ਦੇ ਤੌਰ ਦੇ ਉੱਤੇ। ਜਿਹੜਾ ਸਵਾਲ ਤੁਸੀਂ ਪੁੱਛਦੇ ਹੋ ਉਹ ਬੜਾ ਇੰਪੋਰਟੈਂਟ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਦੌੜ ਲੱਗੀ ਹੋਈ ਹੈ ਕਿ ਜਿਹੜੇ ਵੱਡੇ ਫੇਸ ਹੈ ਉਹਨਾਂ ਦੀ ਕਹਿ ਲਓ ਕਿ ਫੋਲੋਇੰਗ ਬਹੁਤੀ ਹੋਵੇ ਨਾ ਹੋਵੇ, ਪਰ ਉਹ ਚਿਹਰੇ ਵੱਡੇ ਮੰਨੇ ਜਾ ਰਹੇ ਆ। ਪੰਜਾਬ ਦੀ 2017 ਦੀ ਵਿਧਾਨ ਸਭਾ ਚੋਣ ਦੇ ਵਿੱਚ ਉਹ ਚਿਹਰੇ ਜਿਹੜੇ ਆ ਇੱਕ ਅਹਿਮ ਰੋਲ ਪਲੇ ਕਰ ਸਕਦੇ ਆ। ਉਹਦੇ 'ਚ ਦੋ ਜਿਹੜੇ ਫੇਸ ਹੈ ਉਹ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ 'ਚ ਹੈ, ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ। ਉਹਦੇ ਬਾਰੇ ਵੀ ਕੈਪਟਨ ਅਮਰਿੰਦਰ ਨੂੰ ਜਦੋਂ ਪੁੱਛਿਆ ਗਿਆ ਤੇ ਉਹਨਾਂ ਬਾਰੇ ਉਹਨਾਂ ਨੇ ਆਪਣੀ ਰਾਏ ਦਿੱਤੀ ਹੈ ਤੇ ਉਹਨਾਂ ਦਾ ਜਵਾਬ ਸੁਣ ਕੇ ਲੱਗਾ ਹੈ ਕਿ ਕੈਪਟਨ ਅਮਰਿੰਦਰ ਦਾ ਜਵਾਬ ਸੁਣ ਕੇ ਲੱਗਾ ਹੈ ਕਿ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਵਾਸਤੇ
ਕਾਂਗਰਸ ਪਾਰਟੀ ਦਰਵਾਜ਼ੇ ਖੋਲੀ ਬੈਠੀ ਹੈ, ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ। ਮਨਪ੍ਰੀਤ ਬਾਦਲ ਬਾਰੇ ਤਾਂ ਉਹਨਾਂ ਨੇ ਇਹ ਕਿਹਾ ਬਈ ਮਨਪ੍ਰੀਤ ਬਾਦਲ ਪਹਿਲਾਂ ਵੀ ਸਾਡੇ ਚੋਣ ਨਿਸ਼ਾਨ ਤੇ ਚੋਣ ਲੜ ਚੁੱਕੇ ਹੈ, ਬਠਿੰਡੇ ਤੋਂ ਕਾਂਗਰਸ ਪਾਰਟੀ ਦੀ ਚੋਣ ਨਿਸ਼ਾਨ ਤੇ ਉਹਨਾਂ ਨੇ ਚੋਣ ਲੜੀ ਹੈ, ਇਸ ਕਰਕੇ ਕੋਈ ਦਿੱਕਤ ਨਹੀਂ ਉਹਨਾਂ ਲਈ। ਯਾਨੀ ਉਹਨਾਂ ਵਾਸਤੇ ਤਾਂ ਪੂਰੀ ਤਰ੍ਹਾਂ ਮਨਪ੍ਰੀਤ ਬਾਦਲ ਬਾਰੇ ਤਾਂ ਪੂਰੀ ਤਰ੍ਹਾਂ ਕੈਪਟਨ ਅਮਰਿੰਦਰ ਜਿਹੜੇ ਹੈ ਇਹ ਭਰੋਸੇ 'ਚ ਹੈ ਕਿ ਜੇ ਉਹ ਆਉਂਦੇ ਹੈ ਕਿ ਉਹਨਾਂ ਨੂੰ ਕਾਂਗਰਸ ਦਾ ਉਹਨਾਂ ਨੂੰ ਇੱਕ ਚੰਗਾ ਰੁਤਬਾ ਵੀ ਮਿਲੇਗਾ ਕਾਂਗਰਸ ਦੇ ਵਿੱਚ, ਤੇ ਕਾਂਗਰਸ ਪਾਰਟੀ ਵੀ ਇਹਦੇ ਨਾਲ ਪੰਜਾਬ ਦੇ ਵਿੱਚ ਕੋਈ ਬਿਹਤਰ ਸਥਿਤੀ ਜਿਹੜੀ ਆ ਉਹ ਪੈਦਾ ਕਰ ਸਕਦੀ ਹੈ। ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹਨਾਂ ਨੇ ਸਿੱਧੀ ਨਾ ਨਹੀਂ ਕੀਤੀ, ਪਰ ਉਹਨਾਂ ਨੇ ਸਿਰਫ ਇੱਕੋ ਗੱਲ ਕਹੀ ਕਿ ਉਹਨਾਂ ਦੀ ਸਿਹਤ ਅੱਜ ਕੱਲ੍ਹ ਠੀਕ ਨਹੀਂ ਹੈ। ਸਾਡੇ ਪਟਿਆਲੇ ਤੋਂ ਉਹ ਇਹ ਕਿਹਾ ਕੈਪਟਨ ਨੇ, ਪਰ ਉਹਨਾਂ ਦੀ ਅੱਜ ਕੱਲ੍ਹ ਸਿਹਤ ਨਹੀਂ ਹੈ, ਇਸ ਕਰਕੇ ਹਾਲੇ ਮੈਂ ਕੁਛ ਨਹੀਂ ਕਹਿ ਸਕਦਾ। ਪਰ ਉਹਨਾਂ ਨੇ ਨਾਲ ਹੀ ਨਾਲ ਇੱਕ ਗੱਲ ਕਹੀ ਵੀ ਜਦੋਂ ਮੇਰੇ ਮਦਰ ਪਟਿਆਲਾ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ, ਯਾਨੀ ਕੈਪਟਨ ਅਮਰਿੰਦਰ ਦੇ ਮਦਰ, ਜਦੋਂ ਮੇਰੇ ਮਦਰ ਪਟਿਆਲਾ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਤਾਂ ਨਵਜੋਤ ਸਿੰਘ ਸਿੱਧੂ ਦੇ ਫਾਦਰ ਉਦੋਂ ਜਨਰਲ ਸੈਕਟਰੀ ਸੀ ਕਾਂਗਰਸ ਦੇ ਪਟਿਆਲੇ। ਇਹ ਕਹਿਣ ਤੋਂ ਭਾਵ ਇਹ ਹੈ ਕਿ ਬੇਸਿਕਲੀ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਕਾਂਗਰਸੀ ਹੈ ਤੇ ਇਸ ਕਰਕੇ ਉਹ ਵੀ ਆ ਸਕਦੇ। ਇਹਦਾ ਮਤਲਬ ਇਹ ਦੋਨਾਂ ਦੇ ਉੱਤੇ ਅੱਖ ਹੈ ਕੈਪਟਨ ਅਮਰਿੰਦਰ ਦੀ, ਤੇ ਦਿੱਲੀ ਵਾਲਿਆਂ ਨਾਲ ਵੀ ਉਹਨਾਂ ਨੇ ਗੱਲ ਕਿਤੇ ਕੀਤੀ। ਹੁਣ ਸਿਰਫ ਇਹਨਾਂ ਦੋਨਾਂ ਦਾ ਮਸਲਾ ਹੈ, ਇਹ ਹੁਣ ਮਨਪ੍ਰੀਤ ਬਾਦਲ ਤੇ ਮੁਨੱਸਰ ਕਰਦਾ ਹੈ ਜਾਂ ਨਵਜੋਤ ਸਿੱਧੂ ਤੇ ਮੁਨੱਸਰ ਕਰਦਾ ਹੈ ਕਿ ਜਿਹੜੇ ਖਾਸ ਤੌਰ ਤੇ ਮਨਪ੍ਰੀਤ ਬਾਦਲ ਤੇ ਏਦਾਂ ਮੁਨੱਸਰ ਕਰਦਾ ਹੈ ਕਿ ਉਹਨਾਂ ਦੇ ਕੋਲ ਹੁਣ ਕੁਛ ਹੈ ਹੀ ਨਹੀਂ। ਮਨਪ੍ਰੀਤ ਬਾਦਲ ਦੀ ਆਪਦੀ ਪਾਰਟੀ ਜਿਹੜੀ ਹੈ ਉਹ ਕੋਈ ਬਹੁਤ ਜ਼ਿਆਦਾ ਤਾਕਤ 'ਚ ਨਹੀਂ ਹੈ ਪੰਜਾਬ ਦੇ ਵਿੱਚ, ਉਹ ਖਿੱਡ ਪੁੱਟ ਗਈ ਹੈ, ਥੋੜੇ ਬਹੁਤ ਲੋਕ ਹੈਗੇ ਆ, ਉਹਨਾਂ ਕਰਕੇ ਦੁਬਦਾ ਚ ਮਨਪ੍ਰੀਤ ਬਾਦਲ ਦੁਚਿੱਤੀ ਚੇਸ ਕਰਕੇ ਹੈ ਕਿ ਉੱਤੇ ਰਾਹੁਲ ਗਾਂਧੀ ਨਾਲ ਉਹਨਾਂ ਦੀ ਗੱਲ ਹੋ ਚੁੱਕੀ ਹੈ। ਰਾਹੁਲ ਗਾਂਧੀ ਬਕਾਇਦਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਮਨਪ੍ਰੀਤ ਬਾਦਲ ਦੀ ਚੋਣ ਰੈਲੀ 'ਚ ਆਏ ਸੀ ਲੋਕ ਸਭਾ ਚੋਣਾਂ 'ਚ, ਤੇ ਉਹਨਾਂ ਨਾਲ ਉਹਦੀ ਗੱਲਬਾਤ ਹੋ ਚੁੱਕੀ ਹੈ, ਨੇੜਤਾ ਵੀ ਹੈ, ਕੈਪਟਨ ਨਾਲ ਵੀ ਗੱਲ ਹੋ ਚੁੱਕੀ ਹੈ। ਮਨਪ੍ਰੀਤ ਬਾਦਲ ਇਸ ਕਰਕੇ ਨਹੀਂ ਫੈਸਲਾ ਕਰ ਪਾ ਰਹੇ ਕਿਉਂਕਿ ਜਿਹੜਾ ਥੋੜੇ ਬਹੁਤ ਲੋਕ ਪੀਪਲਜ਼ ਪਾਰਟੀ ਦੇ ਉਹਨਾਂ ਦੇ ਨਾਲ ਹੈ, ਉਹ ਜਿਹੜਾ ਕਾਡਰ ਕਹਿ ਲਓ ਤੁਸੀਂ, ਉਹ ਚਾਹੁੰਦਾ ਆ ਵੀ ਮਨਪ੍ਰੀਤ ਬਾਦਲ ਕਾਂਗਰਸ ਨਾ ਜਾਵੇ, ਉਹ ਆਮ ਆਦਮੀ ਪਾਰਟੀ ਜਾਵੇ। ਉਹਨਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੈ। ਮਨਪ੍ਰੀਤ ਬਾਦਲ ਕਾਂਗਰਸ ਚਾਉਣਾ ਚਾਹੁੰਦੇ ਆ। ਇਹ ਥੋੜੀ ਦੁਬਿਧਾ ਜਿਹੀ ਹੈ, ਸ਼ਾਇਦ ਮਾਘੀ ਮੇਲੇ ਤੱਕ ਇਹ ਹੱਲ ਹੋ ਜਾਏ। ਨਵਜੋਤ ਸਿੱਧੂ ਵਾਲਾ ਮਸਲਾ ਜਿਹੜਾ ਉਹ ਇਹ ਹੈ ਕਿ ਨਵਜੋਤ ਸਿੱਧੂ ਹਾਲੇ ਸਿਹਤ ਵੀ ਉਹਨਾਂ ਦੀ ਠੀਕ ਹੈ ਤੇ ਬਹੁਤ ਅਨਕੰਫਰਟੇਬਲ ਫੀਲ ਕਰ ਰਹੇ ਆ ਭਾਰਤੀ ਜਨਤਾ ਪਾਰਟੀ 'ਚ ਉਹ, ਤੇ ਨਵਜੋਤ ਸਿੱਧੂ ਵੀ ਆਪਣੇ ਪੋਲੀਟੀਕਲ ਕੈਰੀਅਰ ਨੂੰ ਜਿੱਥੇ ਜ਼ਿਆਦਾ ਸੇਫ ਮੰਨਣਗੇ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ 'ਚ ਇਸ ਵੇਲੇ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਫੈਸ਼ਨ ਦੇ ਤੌਰ ਤੇ ਆਮ ਆਦਮੀ ਪਾਰਟੀ ਜਿਹੜਾ ਉਹਦਾ ਸਮਰਥਨ ਹੈ, ਨੋ ਡਾਊਟ, ਤੇ ਚਮਤਕਾਰ ਵੀ ਉਹ ਕਰ ਸਕਦੇ ਕੋਈ, ਪਰ ਚਮਤਕਾਰ ਤੋਂ ਬਾਅਦ ਸਟੇਬਲ ਨਹੀਂ ਰਹਿਣਾ ਆਮ ਆਦਮੀ ਪਾਰਟੀ ਦਾ ਮਸਲਾ ਇਹ ਆ ਵੀ ਉੱਥੇ ਇੱਕ ਅਨਾਰ 100 ਬਿਮਾਰ ਵਾਲੀ ਗੱਲ ਹੋਣੀ ਹੈ, ਹਰ ਬੰਦਾ ਉੱਥੇ ਸੀਐਮ ਦਾ ਕੈਂਡੀਡੇਟ ਬਣ ਕੇ ਆ ਰਿਹਾ, ਇਹ ਦਿੱਕਤ ਰਹੇਗੀ ਸ਼ਾਇਦ। ਜੇ ਉਹਨਾਂ ਨੇ ਆਪਣਾ ਕੈਰੀਅਰ ਸਟੇਬਲ ਕਰਨਾ ਆ ਤਾਂ ਕਾਂਗਰਸ ਤੋਂ ਜ਼ਿਆਦਾ ਬੈਟਰ ਸ਼ਾਇਦ ਉਹਨਾਂ ਕੋਲ ਨਾ ਕੋਈ ਹੋਵੇ, ਕਿਉਂਕਿ ਮੌਕੇ ਦੀ ਪੋਲਿਟਿਕਸ ਹੈ, ਮੌਕਾ ਪ੍ਰਸਤੀ ਦੀ ਪੋਲਿਟਿਕਸ, ਸਿਧਾਂਤਕ ਪੋਲਿਟਿਕਸ ਤਾਂ ਕੋਈ ਹੈ ਨਹੀਂ। ਸੋ ਇਹ ਹੈ ਨਵਜੋਤ ਸਿੱਧੂ ਹੋਰਾਂ ਸਾਹਮਣੇ ਵੀ ਮਾਮਲਾ, ਹਾਲੇ ਉਹਨਾਂ ਦੀ ਸਿਹਤ ਜਿਹਦਾ ਆਗਿਆ ਨਹੀਂ ਦੇ ਰਹੀ ਤੇ ਖੁਦ ਨਵਜੋਤ ਕੌਰ ਸਿੱਧੂ ਥੋੜੇ ਜ਼ਿਆਦਾ ਐਕਟਿਵ ਨੇ, ਸੋ ਹਾਲੇ ਉਹਨਾਂ ਬਾਰੇ ਵੀ ਕੁਝ ਪਕਿਆਈ ਦੇ ਨਾਲ ਨਹੀਂ ਕਿਹਾ ਜਾ ਸਕਦਾ। ਪਰ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਵੇਲੇ ਠੀਕ ਨਹੀਂ ਹੈ, ਉਹਨਾਂ ਦੀ ਸਿਹਤ ਵੀ ਸ਼ਾਇਦ ਇਸੇ ਕਰਕੇ ਠੀਕ ਨਹੀਂ ਹੈ ਜੀ। ਤੇ ਮੇਰਾ ਆਖਰੀ ਸਵਾਲ ਹੈ, ਪੰਜ ਪਿਆਰਿਆਂ ਦਾ ਜੋ ਚੱਲ ਰਿਹਾ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ, ਉਸ ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਦੇਖੋ, ਮੈਂ ਇਹਦੇ 'ਚ ਬੜੀ ਸਾਫ਼ ਜਿਹੀ ਰਾਏ ਹੈ। ਜੇ ਤਾਂ ਅਸੀਂ ਇੱਕ ਮਰਿਆਦਾ ਦੀ ਗੱਲ ਕਰਦੇ ਹਾਂ ਤੇ ਮਰਿਆਦਾ ਤਾਂ ਇਹੀ ਹੈ ਕਿ ਸਾਡੇ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਪੰਜ ਪਿਆਰਿਆਂ ਦੀ ਜਿਹੜੀ ਅਹਿਮੀਅਤ ਹੈ ਜਾਂ ਜਿਹੜਾ ਉਹਨਾਂ ਦਾ ਸਥਾਨ ਹੈ ਉਹ ਸਰਵਉੱਚ ਹੈ। ਪਰ ਜਦੋਂ ਤੁਸੀਂ ਅੱਜ ਦੇ ਦੌਰ ਦੀ ਗੱਲ ਕਰਦੇ ਆ ਤੇ ਸੰਵਿਧਾਨਕ ਤੇ ਕਾਨੂੰਨਨ ਨਜ਼ਰੀਏ ਤੋਂ ਗੱਲ ਕਰਦੇ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸੰਵਿਧਾਨਕ ਤੌਰ ਦੇ ਉੱਤੇ ਉਹਦੇ ਕੋਲ ਪਾਵਰਸ ਹੈ, ਕਾਨੂੰਨਨ ਉਹਦੇ ਕੋਲ ਪਾਵਰਸ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਤਾਕਤ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ, ਜਾਂ ਕਹਿ ਲਓ ਸ਼੍ਰੋਮਣੀ ਅਕਾਲੀ ਦਲ ਤਾਂ ਪਾਰਟੀ ਹੋ ਗਈ, ਜਾਂ ਕਹਿ ਲਓ ਬਾਦਲ ਹੈ। ਠੀਕ ਹੈ ਜੀ, ਇਹ ਦੋ ਸਥਿਤੀਆਂ ਨੇ। ਜੇ ਤਾਂ ਤੁਸੀਂ ਮਰਿਆਦਾ ਦੀ ਗੱਲ ਕਰਨੀ ਹੈ ਤੇ ਜਿਹੜਾ ਸਰਵਉੱਚ ਸਥਾਨ ਹੈ ਉਹ ਪੰਜ ਪਿਆਰਿਆਂ ਨੂੰ ਹਾਸਲ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਹਾਸਲ ਹੈ। ਤੇ ਇਸ ਸਥਿਤੀ ਦੇ ਵਿੱਚ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਹੈ ਉਹਨਾਂ ਤੇ ਪੰਜਾਂ ਪਿਆਰਿਆਂ ਦੇ ਟਕਰਾਅ ਜਿਹੜਾ ਉਹ ਸਾਫ਼ ਤੌਰ ਤੇ ਦਿਖਾਈ ਦਿੱਤਾ, ਤੇ ਉਹ ਪੰਜਾਂ ਪਿਆਰਿਆਂ ਨੂੰ ਮੁਅੱਤਲ ਕਰਨ ਤੋਂ ਬਾਅਦ, ਬਹਾਲ ਕਰਨ ਤੋਂ ਬਾਅਦ ਹੁਣ ਡਿਸਮਿਸ ਕਰ ਦਿੱਤਾ ਗਿਆ, ਤੇ ਉਹਨਾਂ ਦੇ ਪਿੱਛੇ ਕੋਈ ਬਹੁਤ ਵੱਡੀ ਫੋਲੋਇੰਗ ਨਹੀਂ ਹੈ ਪੰਜਾਬ ਦੇ ਵਿੱਚ। ਸਰਬੱਤ ਖਾਲਸੇ ਦੇ ਵਿੱਚ ਜਿੱਦਾਂ ਵੱਡਾ ਇਕੱਠ ਹੋਇਆ ਉਸ ਤੋਂ ਬਾਅਦ ਉਹ ਫੋਲੋਇੰਗ ਉਸ ਰੂਪ ਦੇ ਵਿੱਚ ਕਾਇਮ ਨਹੀਂ ਰਹਿ ਸਕੀ। ਜਿਹੜੇ ਸਰਬੱਤ ਖਾਲਸਾ ਦੇ ਵਿੱਚ ਵੀ ਪੰਜ ਜਥੇਦਾਰ ਥਾਪੇ ਗਏ, ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਜਥੇਦਾਰ ਥਾਪਿਆ ਗਿਆ ਅਕਾਲ ਤਖਤ ਸਾਹਿਬ ਦਾ, ਉਹ ਮਾਮਲੇ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਪਿੱਠ ਭੂਮੀ ਦੇ ਵਿੱਚ ਚਲੇ ਗਏ ਨੇ। ਹੁਣ ਇਹ ਪੰਜ ਪਿਆਰੇ ਜਿਹੜੇ ਆ
ਮਰਿਆਦਾ ਦੇ ਵਿੱਚ ਸਾਡੇ ਵਾਸਤੇ ਬਹੁਤ ਵੱਡਾ ਸਤਿਕਾਰ ਹੈ ਉਹਨਾਂ ਦਾ, ਜਥੇਦਾਰ ਸਾਹਿਬਾਨ ਦਾ ਵੀ ਸਤਿਕਾਰ ਆ, ਪਰ ਉਹਨਾਂ ਦੇ ਟਕਰਾਅ ਆ। ਪਰ ਕਾਨੂੰਨਨ ਤੇ ਸੰਵਿਧਾਨਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਫੈਸਲਾ ਕਰ ਦਿੱਤਾ ਉਹਨੂੰ ਹੁਣ ਪਲਟਾਇਆ ਨਹੀਂ ਜਾ ਸਕਦਾ। ਉਹੀ ਪਲਟਾਉਣ ਤਾਂ ਕਰਨੈਲ ਸਿੰਘ ਪੰਜੌਲੀ ਦਾ ਅੱਜ ਬਿਆਨ ਆਇਆ, ਜਿਹੜੇ ਅੰਤਰਿਮ ਕਮੇਟੀ ਦੇ ਮੈਂਬਰ ਵੀ ਆ, ਉਸ ਦਿਨ ਉਹਨਾਂ ਨੇ ਉੱਥੇ ਸਿੱਧੇ ਤੌਰ ਤੇ ਉਸ ਰੂਪ ਚ ਵਿਰੋਧ ਤਾਂ ਨਹੀਂ ਕੀਤਾ। ਉਹਨਾਂ ਨੇ ਉੱਥੇ ਕਿਹਾ ਮੀਟਿੰਗ ਦੇ ਵਿੱਚ, ਜੇ 5 ਪਿਆਰਿਆਂ ਨੂੰ ਡਿਸਮਿਸ ਕਰ ਦਿਓ ਤੇ ਜਿਹੜੇ ਜਥੇਦਾਰ ਸਾਹਿਬਾਨ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦਿਓ, ਤਾਂ ਥੱਲੇ ਜਿਹੜੀ ਸੰਗਤ ਹੈ ਉਹਦੇ ਵਿੱਚ ਇੱਕ ਚੰਗਾ ਮੈਸੇਜ ਆਏਗਾ ਕਿ ਚਲੋ ਦੋਨੋਂ ਗੱਲਾਂ ਮੰਨ ਲਈਆਂ ਗਈਆਂ। ਪਰ ਜਥੇਦਾਰ ਸਾਹਿਬਾਨ ਨੂੰ ਸੇਵਾ ਮੁਕਤ ਨਹੀਂ ਕੀਤਾ ਗਿਆ, 5 ਪਿਆਰਿਆਂ ਨੂੰ ਡਿਸਮਿਸ ਕਰ ਦਿੱਤਾ ਗਿਆ। ਅੱਜ ਪੰਜੌਲੀ ਸਾਹਿਬ ਦਾ ਬਿਆਨ ਆਇਆ, ਹੈਡ ਗ੍ਰੰਥੀ ਸਾਹਿਬ ਜਗਤਾਰ ਸਿੰਘ ਹੋਰਾਂ ਨੇ, ਜਿਹੜਾ ਹਰਮਿੰਦਰ ਸਾਹਿਬ ਦੇ ਹੈਡ ਗ੍ਰੰਥੀ ਨੇ ਦਿੱਤਾ ਇੱਕ ਬਿਆਨ ਕੱਲ੍ਹ, ਵੀ ਜਿਹੜੇ ਆਜ਼ਾਦ ਹਸਤੀ ਹੋਣੀ ਚਾਹੀਦੀ ਹੈ ਜਥੇਦਾਰ ਸਾਹਿਬਾਨ ਦੀ ਵੀ ਤੇ 5 ਪਿਆਰਿਆਂ ਦੀ, ਉਹਦੀ ਪ੍ਰੋੜਤਾ ਕੀਤੀ ਅੱਜ ਕਰਨੈਲ ਸਿੰਘ ਪੰਜੌਲੀ। ਪਰ ਜੇ ਅੰਤਰਿਮ ਕਮੇਟੀ ਦੇ ਵਿੱਚ ਉਸ ਰੂਪ ਦੇ ਸਵਾਲ ਉਠਾਉਂਦੇ ਤਾਂ ਸ਼ਾਇਦ ਗੱਲ ਹੋਰ ਤਰ੍ਹਾਂ ਬਣ। ਤੇ ਸੁਖਦੇਵ ਸਿੰਘ ਭੌਰ ਜਿਹੜੇ ਉਹ ਗਏ ਨਹੀਂ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿੱਚ, ਸੋ ਇਹ ਦਿੱਕਤ ਹੈ ਇਸ ਵੇਲੇ। ਪਰ ਫਿਰ ਅਸੀਂ ਇਹ ਗੱਲ ਦੁਹਰਾਉਣੀ ਚਾਹੁੰਦੇ ਹਾਂ ਕਿ ਕਾਨੂੰਨਨ ਤੇ ਸੰਵਿਧਾਨਕ ਤੌਰ ਦੇ ਉੱਤੇ ਜਿਹੜੇ ਅਧਿਕਾਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ, ਤੇ ਉਹਨਾਂ ਅਧਿਕਾਰਾਂ ਦੀ ਵਰਤੋਂ ਦੁਰਵਰਤੋਂ ਜਿਹੜੀ ਹੈ ਹਕੂਮਤ ਵਿੱਚ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਰ ਰਿਹਾ, ਤੇ ਉਹਨਾਂ ਤੋਂ ਪਾਰ ਪਾਉਣਾ ਤਾਂ ਸੰਗਤ ਦੇ ਕੋਲ ਇੱਕੋ ਰਾਹ ਆ ਕਿ ਜਿਹੜੀ ਆਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੈ, ਉਸ ਚੋਣ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਲਓ, ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਕੰਟਰੋਲ ਕਰ ਸਕੋ। ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਸ਼੍ਰੋਮਣੀ ਅਕਾਲੀ ਦਲ ਕੋ ਆ, ਇਹ ਸਥਿਤੀਆਂ ਇਸੇ ਤਰ੍ਹਾਂ ਦੀਆਂ ਟਕਰਾਅ ਵਾਲੀਆਂ ਜਿਹੜੀਆਂ ਹੁਣ ਬਣੀਆਂ ਹੋਈਆਂ ਇੱਦਾਂ ਦੀਆਂ ਬਣੀਆਂ ਰਹਿਣਗੀਆਂ। ਤੇ ਮਰਿਆਦਾ ਜਿਹੜੀ ਹੈ ਉਹ ਮਰਿਆਦਾ ਸਿਰਫ ਕਾਗਜ਼ਾਂ ਤੱਕ ਸੀਮਿਤ ਰਹੇਗੀ, ਅਮਲੀ ਰੂਪ ਦੇ ਵਿੱਚ ਉਸ ਮਰਿਆਦਾ ਦਾ ਜਿਹੜਾ ਪਾਲਣ ਹੋਣਾ ਚਾਹੀਦਾ ਉਹ ਹੁੰਦਾ ਨਹੀਂ ਦਿਖਾਈ ਦੇ ਰਿਹਾ ਜੀ। ਹਾਂ ਜੀ, ਸੁਸ਼ੀਲ ਦਸਾਂਝ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਆ ਉਸ ਬਾਰੇ ਗੱਲਬਾਤ ਕੀਤੀ। ਮਿਹਰਬਾਨੀ, ਸ਼ੁਕਰੀਆ। ਤੇ ਜੀ ਸਰੋਤਿਓ, ਮੈਂ ਵੀ ਤੁਹਾਡੇ ਤੋਂ ਅਗਲੇ ਬੁਲਟਨ ਤੱਕ ਇਜਾਜ਼ਤ ਲਵਾਂਗੀ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।